ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਦੇਸ਼ ਦੇ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਅਸੀਂ ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ। ਜਿਵੇਂ ਕਿ ਅਸੀਂ ਗੱਲ ਕੀਤੀ ਸੀ ਕਿ ਅੱਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹੈ, ਜੋ ਕਿ ਪੰਜਾਬ ਦੀ ਧਰਤੀ ਤੇ ਮਨਾਇਆ ਜਾ ਰਿਹਾ। ਲੇਕਿਨ ਉਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਗੁਰੂ ਕੇ ਸਿੱਖ ਬੈਠੇ ਨੇ, ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਉੱਥੇ ਉੱਥੇ ਹੀ ਇਹ ਮਨਾਇਆ ਜਾ ਰਿਹਾ ਜੀ। ਸੋ ਅੱਜ ਜਿਵੇਂ ਤੁਹਾਡੇ ਨਾਲ ਅਸੀਂ ਪਹਿਲਾਂ ਸ਼ੋਅ ਦੇ ਸ਼ੁਰੂ ਦੇ ਵਿੱਚ ਗੱਲਬਾਤ ਕੀਤੀ ਸੀਗੀ ਅਤੇ ਦੱਸ ਰਹੇ ਸੀ ਤੁਹਾਨੂੰ ਕਿ ਅੱਜ ਸਾਡੇ ਨਾਲ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਅਤੇ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਫਤਿਹ ਬੁਲਾਈਏ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਬਹੁਤ ਅਸੀਂ ਦਰਸ਼ਕਾਂ ਵੱਲੋਂ ਵੀ, ਤੁਹਾਡੇ ਵੱਲੋਂ, ਸਾਰਿਆਂ ਵੱਲੋਂ ਅਸੀਂ ਇਹਨਾਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ। ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਨੇ। ਸੋ ਗੱਲਬਾਤ ਅਸੀਂ ਕਰਾਂਗੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੀਵਨ ਦੇ ਸੰਬੰਧ ਦੇ ਵਿੱਚ ਅਸੀਂ ਗੱਲਾਂ ਬਾਤਾਂ ਅੱਜ ਕਰਾਂਗੇ। ਉਹਨਾਂ ਦਾ ਕੁਝ ਇਤਿਹਾਸ ਜੋ ਲਿਖਿਆ ਹੈ ਇਤਿਹਾਸਕਾਰਾਂ ਨੇ, ਉਹਦੇ ਬਾਰੇ ਆਪਾਂ ਵਿਚਾਰਾਂ ਕਰਾਂਗੇ ਕਿ ਪਹਿਲੇ 5 ਗੁਰੂ ਸਾਹਿਬਾਨ ਉਹਨਾਂ ਨੇ ਕਿਸ ਤਰ੍ਹਾਂ ਪ੍ਰਚਾਰ ਕੀਤਾ, ਉਹਨਾਂ ਤੋਂ ਬਾਅਦ ਕੋਈ ਬਦਲਾਅ ਆਇਆ, ਜੇ ਬਦਲਾਅ ਆਇਆ ਤਾਂ ਕੀ ਆਇਆ, ਉਹਦੇ ਬਾਰੇ ਵੀ ਆਪਾਂ ਵਿਚਾਰਾਂ ਕਰਾਂਗੇ। ਔਰ ਸਤਿਗੁਰਾਂ ਦਾ ਕੀ ਉਪਦੇਸ਼ ਸਾਨੂੰ ਦਿੱਤਾ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹਦੇ ਬਾਰੇ ਵੀ ਆਪਾਂ ਵਿਚਾਰਾਂ ਕਰਾਂਗੇ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਸੋ ਆਓ ਜੀ, ਆਪਾਂ ਅੱਜ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਈਏ ਵਧਾਈਆਂ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅੱਜ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਜੀ। ਅਤੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇਹ ਮਨਾ ਰਹੇ ਹਾਂ। ਸੋ ਆਓ ਅੱਜ ਆਪਾਂ ਗੱਲਬਾਤ ਕਰੀਏ। ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣਾ ਬਹੁਤ ਹੀ, ਅਸੀਂ ਤੁਹਾਡਾ ਸਾਡੇ ਪਿਆਰੇ ਦਰਸ਼ਕ ਤੁਹਾਡਾ ਬੜਾ ਨਿੱਘਾ ਸਵਾਗਤ ਕਰਦੇ ਹਾਂ, ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜੀ। ਧੰਨਵਾਦ, ਬਹੁਤ ਧੰਨਵਾਦ। ਮੈਂ ਲੱਕੀ ਹਾਂ ਗਿਆਨੀ ਜੀ। ਜੀ ਬੱਲ ਜੀ ਨਾਲ ਮੁੱਦਤਾਂ ਪਹਿਲਾਂ ਕੀਤਾ ਹੋਇਆ ਵਾਅਦਾ ਜੀ ਅਜੇ ਤੱਕ ਨਿਭਦਾ ਪਿਆ। ਜਦੋਂ ਜਦੋਂ ਯਾਦ ਕਰਦੇ ਹੋ ਤੁਸੀਂ ਜੀ, ਮੈਂ ਇੱਥੇ ਹੋਵਾਂ ਤੇ ਫਿਰ ਮੈਂ ਹਾਜ਼ਰ ਹੁੰਦਾ ਹਾਂ ਜੀ। ਫਿਰ ਆ ਬੀਤੇ ਸਮੇਂ ਦੇ ਵਿੱਚ ਲੋਕਡਾਊਨ ਹੋਇਆ, ਕੈਸੇ ਹਾਲਾਤ ਰਹੇ। ਬਿਲਕੁਲ ਜੀ। ਪ੍ਰੋਗਰਾਮ ਤਾਂ ਭਾਵੇਂ ਤੁਹਾਡੇ ਉਦਮ ਦੇ ਨਾਲ ਘਰਾਂ 'ਚੋਂ ਬੈਠੇ ਕਰਦੇ ਹੀ ਰਹੇ ਹਾਂ ਜ਼ੂਮ ਤੇ, ਬਿਲਕੁਲ। ਲੇਕਿਨ ਮੇਰਾ ਖਿਆਲ ਹੈ ਕਿ ਕੁਝ ਸਾਲਾਂ ਦੇ ਬਾਅਦ ਸਟੂਡੀਓ 'ਚ ਬੈਠ ਕੇ ਜੀ ਇਹ ਪ੍ਰੋਗਰਾਮ ਕਰਨ ਦਾ ਆਪਾਂ ਨੂੰ ਮੌਕਾ ਬਣਿਆ, ਸਮਾਂ ਬਣਿਆ ਜੀ। ਜੇ ਮੈਂ ਨਾ ਭੁੱਲਦਾ ਹਾਂ, ਮੇਰੇ ਖਿਆਲ ਕਿ 2.5-3 ਸਾਲ ਦਾ ਸਮਾਂ ਹੋ ਹੀ ਗਿਆ, ਕਿਉਂਕਿ 2-2.5 ਸਾਲ ਤਾਂ ਕੋਵਿਡ ਦੇ ਵਿੱਚ ਹੀ ਇਹ ਜਿਹੜੇ ਲੰਘ ਗਏ, ਲਾਕਡਾਊਨ ਰਿਹਾ ਇਸ ਤਰ੍ਹਾਂ ਜੀ। ਤੇ ਸਿੱਖ ਚੈਨਲ ਦੇ ਸਾਰੇ ਸਰੋਤੇ ਜਿਤਨੇ ਨੇ, ਦਰਸ਼ਕ ਜਿਤਨੇ ਨੇ, ਮੈਂ ਸਭਨਾਂ ਨੂੰ ਮੁਬਾਰਕਾਂ ਦਿੰਦਾ, ਵਧਾਈਆਂ ਦਿੰਦਾ। ਮਹਾਰਾਜ ਬੰਦੀ ਛੋੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ ਦੀਆਂ, ਉਹਨਾਂ ਦਾ ਪ੍ਰਕਾਸ਼ ਪੁਰਬ ਹੈ 427ਵਾਂ ਜੀ, ਇਹ ਪ੍ਰਕਾਸ਼ ਪੁਰਬ ਹੈ ਜੀ। ਮੈਂ ਮੁਬਾਰਕਾਂ ਦਿੰਦਾ ਤੇ ਅਰਦਾਸ ਕਰਦਾ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਹਰ ਸਿੱਖ ਦੇ, ਸਭਨਾਂ ਸਿੱਖਾਂ ਦੇ ਹਰ ਪ੍ਰਕਾਰ ਦੇ ਬੰਧਨ ਜਿਹੜੇ ਨੇ ਸਤਿਗੁਰੂ ਮਹਾਰਾਜ ਕੱਟਣ। ਵਿਕਾਰਾਂ ਦੇ ਬੰਧਨ, ਵਿਰੋਧੀਆਂ ਦੇ ਬੰਧਨ, ਕਮਜ਼ੋਰੀਆਂ ਦੇ ਬੰਧਨ, ਜਿਤਨੇ ਪ੍ਰਕਾਰ ਦੇ ਬੰਧਨ ਨੇ, ਹਾਂਜੀ, ਬੰਦੀ ਛੋੜ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਬੰਧਨਾਂ ਤੋਂ ਆਜ਼ਾਦ ਕਰਨ। ਮੈਂ ਇਹ ਅਰਦਾਸ ਕਰਦਾ, ਮੈਂ ਭਾਵਨਾ ਰੱਖਦਾ ਜੀ। ਔਰ ਆਪ ਜੀ ਦਾ ਗਿਆਨੀ ਜੀ, ਗਿਆਨੀ ਚਰਨਜੀਤ ਸਿੰਘ ਜੀ, ਤੁਸੀਂ ਸਭ ਕੁਝ ਜਾਣਦੇ ਹੋ, ਗੁਰੂ ਘਰ ਦੇ ਪ੍ਰਚਾਰਕ ਹੋ, ਹਮੇਸ਼ਾ ਬੜਾ ਸੁੰਦਰ ਬੋਲਦੇ ਹੋ, ਸੰਗਤਾਂ ਨੂੰ ਸੇਧ ਦਿੰਦੇ ਹੋ ਸਮੇਂ ਦੇ ਅਨੁਸਾਰ। ਪਰ ਤੁਸਾਂ ਨੇ ਫਿਰ ਵੀ ਹੁਣ ਵੀ ਅੱਜ ਵੀ ਯਾਦ ਕੀਤਾ, ਔਰ ਪਹਿਲਾਂ ਵੀ ਗਾਹੇ ਬਗਾਏ ਤੁਸੀਂ ਯਾਦ ਕਰਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਲਿਆਉਂਦੇ ਰਹੇ। ਮੈਂ ਤੁਹਾਡਾ ਧੰਨਵਾਦ ਕਰਦਾ ਜੀ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਹੈ ਜੀ। ਅੱਜ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆ ਕੇ ਜਿਹੜੀਆਂ ਵਿਚਾਰਾਂ ਆਪਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਸਾਂਝੀਆਂ ਕਰਨੀਆਂ ਨੇ ਜੀ, ਕਿਉਂਕਿ ਜਿਹੜੇ ਪੰਥ ਦੇ ਸਾਡੇ ਮਹਾਨ ਵਿਦਵਾਨ ਆ, ਸਭ ਤੋਂ ਪਹਿਲੀ ਗੱਲ ਤਾਂ ਜੀ ਕਿ ਸਾਨੂੰ ਉਹਨਾਂ ਨੂੰ ਵੀ ਸਾਂਭਣ ਦੀ ਲੋੜ ਹੈ। ਇਤਿਹਾਸ ਸਾਂਭਣ ਦੀ ਤਾਂ ਲੋੜ ਹੈ ਹੀ, ਪਰ ਨਾਲ ਨਾਲ ਜਿਹੜੇ ਸਾਡੇ ਪੰਥ ਦੇ ਵਿਦਵਾਨ ਨੇ ਨਾ, ਅਸੀਂ ਕਿਤੇ ਉਹਨਾਂ ਨੂੰ ਅਣਜਾਈ
ਆਪਣੇ ਹੱਥੋਂ ਨਾ ਗਵਾ ਦਈਏ, ਉਹਨਾਂ ਦੇ ਕੋਲੋਂ ਅਸੀਂ ਉਹਨਾਂ ਦੀ ਵਿਦਵਤਾ ਹਾਸਲ ਕਰੀਏ, ਕਿਉਂਕਿ ਉਹਨਾਂ ਨੇ ਵੀ ਜ਼ਿੰਦਗੀ 'ਚ ਕਮਾਈਆਂ ਕਰਕੇ, ਬੜੀਆਂ ਮਿਹਨਤਾਂ ਕਰਕੇ, ਲਗਨ ਦੇ ਨਾਲ ਇਤਿਹਾਸ ਨੂੰ ਖੋਜਿਆ ਹੁੰਦਾ ਵਾ। ਸੋ ਇਸ ਕਰਕੇ ਤੁਸੀਂ ਆਪ ਜੀ ਬੜੇ ਪੰਥ ਦੇ ਮਹਾਨ ਵਿਦਵਾਨ ਹੋ। ਅੱਜ ਵਿਚਾਰਾਂ ਕਰਨ ਵਾਸਤੇ ਤੁਸੀਂ ਸਾਡੇ ਕੋਲ ਆਏ ਹੋ। ਫਿਰ ਇੱਕ ਵਾਰ ਤੁਹਾਨੂੰ ਜੀ ਆਇਆਂ ਜੀ। ਥੈਂਕ ਯੂ। ਤੇ ਵਿਚਾਰ ਆਪਾਂ ਧੰਨਵਾਦ। ਸ਼ੁਰੂ ਕਰੀਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਪਿਆਰੇ ਦਰਸ਼ਕੋ, ਅੱਜ ਪ੍ਰਕਾਸ਼ ਪੁਰਬ ਹੈ ਜੋ ਸਾਰੇ ਹੀ ਮਨਾਇਆ ਜਾ ਰਿਹਾ, ਮਨਾਉਣਾ ਚਾਹੀਦਾ ਵੀ ਹੈ। ਤੇ ਪਿਆਰ ਤੇ ਲਗਨ, ਮਿਹਨਤ, ਸਦਭਾਵਨਾ, ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਬਹੁਤ ਸਿੱਖਣ ਨੂੰ ਮਿਲਦੀਆਂ ਨੇ। ਗੁਲਸ਼ਨ ਸਾਹਿਬ ਜੀ, ਸਭ ਤੋਂ ਪਹਿਲਾਂ ਸਾਡੇ ਪਿਆਰੇ ਦਰਸ਼ਕਾਂ ਦੇ ਨਾਲ ਇਹ ਸਾਂਝਾ ਕਰੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ, ਕਿੱਥੇ ਧਾਰਿਆ, ਮਾਤਾ ਪਿਤਾ ਔਰ ਉਹਨਾਂ ਦਾ ਜਿਹੜਾ ਅਵਤਾਰ ਧਾਰਨ ਦੀ ਗੱਲ ਹੈ ਉਹ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। ਗੁਰੂ ਪਰਮੇਸ਼ਰ ਦੀ ਕਿਰਪਾ ਹੈ ਕਿ ਅੱਜ ਤੋਂ 427 ਵਰ੍ਹੇ ਪਹਿਲਾਂ ਸਤਿਗੁਰਾਂ ਨੇ ਵਡਾਲੀ ਨਗਰ, ਜਿਸ ਨੂੰ ਅੱਜ ਗੁਰੂ ਕੀ ਵਡਾਲੀ ਆਖਿਆ ਜਾਂਦਾ ਹੈ, ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋਵੋਗੇ। ਹੁਣ ਇੱਥੇ 2 ਝੂਲ ਦੇ ਨਿਸ਼ਾਨ ਨੇ, ਪਵਿੱਤਰ ਸਥਾਨ, ਸੁੰਦਰ ਸਥਾਨ ਬਣਿਆ ਹੋਇਆ ਹੈ। ਸਤਿਗੁਰਾਂ ਨੇ ਉੱਥੇ ਪ੍ਰਕਾਸ਼ ਲਿਆ, ਜਨਮ ਲਿਆ। ਔਰ ਜਿਵੇਂ ਸਾਹਿਬ ਜੀ ਦਾ ਪਾਵਨ ਵਚਨ ਹੈ ਨਾ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਸਤਿਕਾਰਯੋਗ ਪਿਤਾ ਜੀ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ, ਔਰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਗੰਗਾ ਜੀ ਦੇ ਉਦਰ ਤੋਂ ਸਤਿਗੁਰਾਂ ਨੇ ਜਨਮ ਧਾਰਨ ਕੀਤਾ। ਔਰ ਸਤਿਗੁਰਾਂ ਨੇ ਆਪ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਪੰਜਵੇਂ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਹੈ, ਰਵਾਇਤੀ ਰੂਪ ਦੇ ਵਿੱਚ, ਪਰੰਪਰਕ ਰੂਪ ਦੇ ਵਿੱਚ ਸਾਡੇ ਵਿੱਚ ਪ੍ਰਚਲਿਤ ਹੈ ਕਿ ਜਿਹੜੇ ਬਚਨ ਇਹ ਆਖਿਆ ਹੈ ਕਿ ਸਤਿਗੁਰੂ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਤੁਰ ਕਾ। ਜੰਮਿਆ ਪੂਤ ਭਗਤ ਗੋਵਿੰਦ ਕਾ ਤੋਂ ਭਾਵ ਹੈ ਕਿ ਅਕਾਲ ਪੁਰਖ ਨੇ, ਕਰਤਾਰ ਨੇ ਕਿਰਪਾ ਕੀਤੀ ਤੇ ਕਰਤਾਰ ਦੀ ਕਿਰਪਾ ਦੇ ਸਦਕਾ ਇਹਨਾਂ ਦੇ ਗ੍ਰਹਿ ਵਿਖੇ ਸਪੁੱਤਰ ਨੇ ਜਨਮ ਲਿਆ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਇਹ ਗੁਰੂ ਨਾਨਕ ਦੀਆਂ ਬਖਸ਼ਾਂ ਸਾਡਾ ਇਤਿਹਾਸ ਦਾ ਪੰਨਾ ਹੈ ਕਿ ਬਾਬਾ ਬੁੱਢਾ ਜੀ ਹੋਰਾਂ ਨੇ, ਜੋ ਬਾਬਾ ਜੀ ਦੀ ਬੀੜ ਝਬਾਲ ਦੇ ਕੋਲ ਸਥਾਨ ਹੈਗਾ ਹੈ, ਜਿੱਥੇ ਸਤਿਕਾਰਯੋਗ ਮਾਤਾ ਜੀ ਬੜੀ ਨਿਮਰਤਾ ਸਹਿਤ ਗਏ ਸਨ, ਤਾਂ ਬਾਬਾ ਜੀ ਨੇ ਅਰਦਾਸ ਕੀਤੀ ਅਕਾਲ ਪੁਰਖ ਦੇ ਚਰਨਾਂ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਔਰ ਉਸ ਤੋਂ ਬਾਅਦ ਸਾਹਿਬਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ, ਹਰਗੋਬਿੰਦ ਜੀ ਦਾ ਜਨਮ ਹੋਇਆ। ਸਾਹਿਬਜ਼ਾਦਾ ਜੀ ਅਜੇ ਛੋਟੀ ਉਮਰ ਵਿੱਚ ਹੀ ਸਨ, ਤਕਰੀਬਨ 11 ਕੁ ਸਾਲ ਦੀ ਉਮਰ ਸੀ 1606 ਦੇ ਵਿੱਚ, ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦ ਹੋ ਗਏ। ਸ਼ਹਾਦਤ ਤੋਂ ਪਹਿਲਾਂ ਹਾਲਾਤ ਕੈਸੇ ਸਨ, ਅਸੀਂ ਗਾਹੇ ਬਗਾਏ ਸੁਣਦੇ ਹਾਂ, ਪੜ੍ਹਦੇ ਹਾਂ ਕਿ ਬਾਹਰਲੀਆਂ ਸ਼ਕਤੀਆਂ ਤਾਂ ਹਮੇਸ਼ਾ ਵਿਰੋਧ ਕਰਿਆ ਕਰਦੀਆਂ ਨੇ, ਜਿਹਨੂੰ ਪੰਥ ਦੋਖੀ ਆਖਿਆ ਜਾਂਦਾ ਹੈ। ਕੁਝ ਘਰੇਲੂ ਸ਼ਕਤੀਆਂ ਵੀ ਸਨ ਜਿਨ੍ਹਾਂ ਨੂੰ ਇਹ ਸਭ ਕੁਝ ਸਿਖਾਉਂਦਾ ਨਹੀਂ ਸੀ। ਵਧੀ ਵੇਲ ਬਹੁ ਪੀੜ੍ਹੀ ਚਾਲੀ, ਹਾਂਜੀ, ਇਹ ਵੇਲ ਵਧਣ ਵਾਲੀ ਗੱਲ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਸੀ। ਮੇਰਾ ਕਹਿਣ ਤੋਂ ਭਾਵ ਹੈ ਖਾਸ ਤੌਰ 'ਤੇ ਬਾਬਾ ਪ੍ਰਿਥੀ ਚੰਦ ਹੋਣੀ, ਜਿਨ੍ਹਾਂ ਨੂੰ ਮੀਣੇ ਕਿਹਾ ਗਿਆ, ਤੇ ਪ੍ਰਿਥੀ ਚੰਦ ਗੈਰ ਨਹੀਂ ਸਨ। ਇਹ ਪੰਚਮ ਪਾਤਸ਼ਾਹ ਮਹਾਰਾਜ ਦੇ ਵੱਡੇ ਭਾਈ ਸਨ, ਤਿੰਨਾਂ ਭਾਈਆਂ 'ਚੋਂ ਵੱਡੇ ਸਨ। ਵੱਡੇ ਪ੍ਰਿਥੀ ਚੰਦ, ਸੈਕੰਡ ਮੇਹਰ ਮਹਾਦੇਵ, ਤੇ ਤੀਜੇ ਸਨ ਪੰਜਵੇਂ ਪਾਤਸ਼ਾਹ ਮਹਾਰਾਜ। ਪ੍ਰਿਥੀ ਚੰਦ ਗੋਂਦਾਂ ਗਾਉਂਦੇ ਰਹੇ ਨੇ ਲਗਾਤਾਰ ਕਿ ਜਿਵੇਂ ਕਿਵੇਂ ਵੀ ਹੋਵੇ ਸਾਹਿਬਜ਼ਾਦਿਆਂ ਨੂੰ ਯੰਗ ਏਜ ਵਿੱਚ ਹੀ ਮੁਕਾ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਿਆਈ ਤੇ ਇਸ ਦੇ ਨਾਲ ਜੁੜੀਆਂ ਹੋਈਆਂ ਜੋ ਵਡਿਆਈਆਂ ਨੇ, ਜੋ ਪ੍ਰਭੁਤਾ ਹੈ, ਇਹ ਮੇਰੀ ਤੇ ਮੇਰੇ ਪੁੱਤਰ
ਮਨੋਹਰ ਦਾਸ ਮਿਹਰਵਾਨ ਜਿਸ ਦਾ ਨਾਮ ਸੀ ਉਹਦੀ ਝੋਲੀ ਵਿੱਚ ਪੈ ਜਾਵੇ। ਲੇਕਿਨ ਕਰਤਾਰ ਬੜਾ ਬੇਅੰਤ ਹੈ, ਹੋਤਾ ਵਹੀ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ। ਕਰਤਾ ਰੱਖ ਹੈ, ਕੀਤਾ ਕੌਣ? ਜਿਸ ਦੀ ਰੱਖਿਆ ਕਰਤਾਰ ਕਰਦਾ ਹੈ, ਖੁਦ ਕਰਦਾ ਹੈ। ਬੰਦੇ ਕੀ ਕਰ ਸਕਦੇ ਨੇ? ਬੰਦੇ ਕੁਝ ਨਹੀਂ ਕਰ ਸਕਦੇ। ਇਹਨਾਂ ਸਾਰੀਆਂ ਹਨੇਰੀਆਂ ਚੋਂ ਬਚ ਨਿਕਲੇ ਸਾਹਿਬਜ਼ਾਦਾ ਹਰਗੋਬਿੰਦ ਜੀ, ਔਰ ਸਤਿਗੁਰਾਂ ਨੇ ਇਸ ਪ੍ਰਕਾਰ ਦੇ ਵਚਨ ਕੀਤੇ, ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੰਭਾਰਿਆ, ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ। ਕਿਸੇ ਹੋਰ ਨੇ ਨਹੀਂ, ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ, ਵਾਨ ਤ੍ਰਿਨ ਤ੍ਰਿਭਵਨ ਹਰਿਆ ਹੋਏ, ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਭਾਵੇਂ ਇਸ ਸਮੇਂ ਦੇ ਦੌਰਾਨ ਸਰੀਰਕ ਤੌਰ ਤੇ ਵੀ ਸਾਹਿਬਜ਼ਾਦਾ ਜੀ ਨੂੰ ਖੇਚਲਾਂ ਦਾ ਸਾਹਮਣਾ ਕਰਨਾ ਪਿਆ। ਮੇਰਾ ਕਹਿਣ ਤੋਂ ਭਾਵ ਉਹਨਾਂ ਸਮਿਆਂ ਦੇ ਵਿੱਚ ਸਮਾਲ ਪਾਕਸ ਦਾ ਇੱਕ ਵਾਰ ਵਬਾ ਬੜੀ ਫੈਲੀ, ਪ੍ਰਭਾਵ ਬਹੁਤ ਵਧਿਆ। ਉਸ ਦੇ ਸ਼ਿਕਾਰ ਜਿਹੜਾ ਸੀ ਸਾਹਿਬਜ਼ਾਦਾ ਹਰਗੋਬਿੰਦ ਜੀ ਹੋਰਾਂ ਦਾ ਸਰੀਰ ਵੀ ਹੋਇਆ। ਲੇਕਿਨ ਕਰਤਾਰ ਨੇ ਕਿਰਪਾ ਕੀਤੀ, ਬਿਲਕੁਲ ਸਾਬਤ ਸੂਰਤ। ਮੇਰਾ ਕਹਿਣ ਤੋਂ ਕੀ ਭਾਵ ਹੈ, ਨਾ ਉਹਨਾਂ ਦੀ ਅੱਖ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਹੋਇਆ, ਨਾ ਸਰੀਰ ਤੇ ਹੀ, ਜਿਸ ਨੂੰ ਮਾਤਾ ਆਖਿਆ ਜਾਂਦਾ ਸੀ ਸਮਾਲ ਪਾਕਸ ਨੂੰ, ਸਰੀਰ ਤੇ ਕੋਈ ਦਾਗ ਸੀ, ਕੁਛ ਵੀ ਨਹੀਂ ਹੈ। ਇਹ ਕਰਤਾਰ ਨੇ ਕਿਰਪਾ ਕੀਤੀ। ਔਰ ਸਾਹਿਬ ਜੀ ਦਾ ਆਖਿਆ ਹੋਇਆ ਵਚਨ ਸਾਡੇ ਚੇਤੇ ਵਿੱਚ ਹੋਣਾ ਚਾਹੀਦਾ ਹੈ, ਸੀਤਲਾ ਤੇ ਰੱਖਿਆ ਬਿਹਾਰੀ। ਕੌਣ ਬਿਹਾਰੀ? ਹੋਰ ਕੋਈ ਨਹੀਂ ਹੈ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇਹ ਪਾਰ ਬ੍ਰਹਮ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਨੇਤਰ ਪ੍ਰਕਾਸ਼ ਕੀਆ ਗੁਰੂਦੇਵ, ਪਰਮ ਗਏ ਪੂਰਨ ਭਈ ਸੇਵ। ਨੇਤਰ ਪ੍ਰਕਾਸ਼ ਕੀਆ ਗੁਰੂਦੇਵ, ਹਰ ਤਰ੍ਹਾਂ ਕਰਕੇ ਨਾ ਸਾਬਤ ਸੂਰਤ, ਖੂਬਸੂਰਤ। ਗਿਆਨੀ ਜੀ ਤੁਸਾਂ ਨੇ ਜ਼ਰੂਰ ਜ਼ਿਕਰ ਕੀਤਾ ਹੋਵੇਗਾ, ਅਕਸਰ ਸੰਗਤਾਂ ਦੇ ਰੂਬਰੂ ਤੁਸੀਂ ਬਚਨ ਕਰਦੇ ਰਹਿੰਦੇ ਹੋ। ਇਤਿਹਾਸ ਦੇ ਵਿੱਚ ਜੀ ਜਿੰਨੇ ਇਹ ਵੱਡੇ ਕੱਦਾਵਰ ਜੀ ਤੇ ਸਰੀਰਕ ਤੌਰ ਤੇ ਸ਼ਕਤੀਵਾਨ ਸਨ, ਜੀ ਜੀ ਉਸ ਸਮੇਂ ਦੀ ਇਹਨਾਂ ਦੀ ਮਿਸਾਲ ਇਹ ਆਪ ਸਨ। ਜੀ ਜੀ ਔਰ ਭਾਈ ਗੁਰਦਾਸ ਜੀ ਤਾਂ ਫਿਰ ਇੱਕ ਪੰਕਤੀ ਵਿੱਚ ਹੀ ਗੱਲ ਸਾਰੀ ਲੈ ਆਉਂਦੇ ਨੇ ਜੀ। ਦਲ ਭੰਜਨ ਗੁਰ ਸੂਰਮਾ, ਵਾਹ ਵੱਡ ਜੋਧਾ ਬਹੁ ਪਰਉਪਕਾਰੀ। ਜਿੱਥੇ ਪਰਉਪਕਾਰੀ ਨੇ ਉੱਥੇ ਨਾਲ ਦਲ ਭੰਜਨ ਨੇ, ਸੂਰਮੇ ਗੁਰੂ ਨੇ, ਵੱਡ ਜੋਧੇ ਨੇ। ਜੀ ਇੱਕ ਮੈਂ ਇਸ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਸੰਗਤਾਂ ਨੂੰ ਆਪਾਂ ਥੋੜਾ ਜਿਹਾ ਨਿਰਵਰਤ ਕਰ ਦਈਏ ਜੀ। ਜਿਵੇਂ ਤੁਸੀਂ ਗੱਲ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਸਾਰੀਆਂ ਖੇਚਲਾਂ ਤੇ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪਿਆ। ਇਤਿਹਾਸ ਇਹ ਗੱਲ ਦੱਸਦਾ ਕਿ ਉਸ ਵੇਲੇ ਜਿਹੜੀ ਗੋਲੀ ਸੀਗੀ, ਜਾਂ ਉਸ ਨੇ ਵੀ ਆਪਣੇ ਸੀਰਾਂ ਨੂੰ ਜ਼ਹਿਰ ਲਾ ਕੇ ਤੇ ਕੋਸ਼ਿਸ਼ ਕੀਤੀ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਦਹੀਂ ਦੇ ਵਿੱਚ ਵੀ ਜ਼ਹਿਰ ਪਾਈ ਗਈ। ਫਿਰ ਸੱਪ ਸਪੇਰੇ ਨੂੰ ਭੇਜਿਆ ਗਿਆ। ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ। ਕੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਇੱਕ ਰੱਬ ਰੂਪ ਸੀਗੇ, ਤੇ ਜਿਹੜੀ ਪਰਮਾਤਮਾ ਨੇ, ਪਰਮੇਸ਼ਰ ਨੇ ਉਹਨਾਂ ਦੀ ਆਪ ਰੱਖਿਆ ਕੀਤੀ? ਕੀ ਕਹਿਣਾ ਚਾਹੋਗੇ? ਕੁਛ ਹੋਰ ਕਹਿਣ ਵਾਲੀ ਗੱਲ ਹੀ ਨਹੀਂ ਹੈ ਜੀ। ਜਿਸ ਕਰਤਾਰ ਨੇ ਭੇਜਿਆ ਜੀ, ਉਸ ਕਰਤਾਰ ਨੇ ਹੀ ਰੱਖਿਆ ਕੀਤੀ। ਵਾਹ ਵਾਹ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਕਰਤਾ ਰੱਖ ਹੈ ਜੀ, ਜਿਹੜਾ ਕਰਨ ਵਾਲਾ ਹੈ। ਬਿਲਕੁਲ। ਜਿਸ ਨੇ ਸਰੀਰ ਕੀਤਾ, ਜਿਸ ਨੇ ਸਰੀਰ ਭੇਜਿਆ। ਕਰਤਾ ਕੌਣ? ਕਰਤਾ ਰੱਖ ਹੈ। ਬਿਲਕੁਲ। ਕੀਤਾ ਕੌਣ? ਜੀ ਜੀ ਜੀ। ਹੁਣ ਇਹ ਜਿਹੜੀਆਂ ਤਿੰਨੇ ਗੱਲਾਂ ਤੁਸੀਂ ਆਖੀਆਂ ਨੇ ਜੀ, ਇਹ ਕਰਨ ਵਾਲਾ ਕੌਣ ਸੀ ਭਲਾ? ਜੀ, ਪ੍ਰਿਥੀ ਚੰਦ। ਪ੍ਰਿਥੀ ਚੰਦ, ਬਿਲਕੁਲ। ਤੇ ਕਰਤਾਰ ਵਾਹਿਗੁਰੂ ਜੀ ਦੀ ਅਥਾਹ ਸ਼ਕਤੀ ਦੇ ਸਨਮੁਖ ਜੀ ਜੀ ਹੈ ਕੋਈ ਪ੍ਰਿਥੀ ਚੰਦ ਕੀ ਕਰ ਸਕਦਾ? ਕਹਿੰਦੇ ਨੇ ਵੀ ਜੋ ਤੁਸੀਂ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਆ ਵੀ ਕਰਤਾਰ ਨੇ ਭੇਜਿਆ ਸੀ ਇਹਨਾਂ ਨੂੰ ਬਸ। ਔਰ ਜਿਸ ਨੂੰ ਕਰਤਾਰ ਭੇਜਦਾ ਵਾ ਆਪਣਾ ਸਾਰਾ ਹੀ ਰੂਪ ਦੇ ਕੇ, ਤੇ ਉਹਦੀ ਰੱਖਿਆ ਵੀ ਫਿਰ ਕਰਤਾਰ ਆਪ ਹੀ ਕਰਦਾ ਹੈ। ਬਿਲਕੁਲ। ਇੱਕ ਸ਼ੇਰ ਬੜਾ ਪੁਰਾਣਾ ਹੈ, ਮੇਰੇ ਧਿਆਨ ਵਿੱਚ ਆਇਆ ਜੀ। ਨੂਰ हक शमाए इलाही को बुझा सकता है कौन? वाह जी। ਨੂਰ ਹਕ ਵਾਹਿਗੁਰੂ ਜੀ ਦੇ ਨੂਰ ਦੀ ਜਲਨ ਵਾਲੀ ਸ਼ਮਾ ਜੀ ਹੈ। ਜੀ।
ਕੁਝ ਸ਼ਮਾਂ ਨੇ ਜਿਹੜੀਆਂ ਤੇਲ ਤੇ ਜਲਦੀਆਂ ਨੇ, ਅੱਜ ਜੀ। ਕੱਲ ਕਹਿ ਲਓ ਬਿਜਲੀ ਤੇ ਜਲਦੀਆਂ ਨੇ, ਜਲਦੀਆਂ। ਗੈਸ ਤੇ ਜਲਦੀਆਂ ਨੇ, ਕੁਝ ਹੋਰ ਤੇ ਜਲਦੀਆਂ ਨੇ। ਜੀ ਜੀ। ਲੇਕਿਨ ਇੱਕ ਉਹ ਸ਼ਮਾਂ ਆਹ, ਜਿਹੜੀ ਰੱਬੀ ਨੂਰ ਤੇ जगती है, ਨੂਰ ਤੇ ਜਗਦੀ ਹੈ। नूर हक। जी शमा इलाही को बुझा सकता है कौन, जी। जिसका हामी हो खुदा उसे मिटा सकता है कौन। कौन? वाह वाह, क्या बात। एक पृथ्वी चंद नहीं, कितने भी पृथ्वी चंद होण। जी हाँ जी, महाराज सच्चे पातशाह ਦਾ ਬਚਨ ਚੇਤੇ ਕਰ ਲਈਏ, ਦਸਮ ਪਾਤਸ਼ਾਹ ਦਾ जी ਜ਼ਫਰਨਾਮੇ ਵਿੱਚ ਬੜਾ ਖੂਬਸੂਰਤ ਆਖਦੇ ਨੇ, ਕਹਿਣ ਲੱਗੇ जी। ਖਸਮ ਦੁਸ਼ਮਣੀ ਗਰ ਹਜ਼ਾਰ ਅਵੁਰਦ ਨ ਯਕਮੂਏ ਊਰਾ ਹਜ਼ਾਰ ਅਵੁਰਦ। वाह। ਖਸਮ ਕਹਿੰਦੇ ਨੇ ਇੱਥੇ ਹੈ ਮਾਲਕ ਨਹੀਂ, ਖਸਮ ਹੈ ਨਾ ਦੁਸ਼ਮਨ। ਖਸਮ ਦੁਸ਼ਮਣੀ ਗਰ ਹਜ਼ਾਰ ਅਵੁਰਦ, ਦੁਸ਼ਮਨ 1000 ਟਾਈਮ ਹੋ ਕੇ ਵੀ ਦੁਸ਼ਮਣੀ ਕਰੇ, दुश्मनी करे। जी ਨਾ ਯਕ ਮੂਏ ਊਰਾ ਹਜ਼ਾਰ ਅਵੁਰਦ, ਬਾਵਜੂਦ ਇਸ ਦੇ ਵਾਲ ਵੀ ਵਿੰਗਾ ਨਹੀਂ ਹੁੰਦਾ। नहीं होता। वाह जी वाह, क्या बात है। ਕਿਸ ਦਾ? ਜੋ ਹੱਕ ਯਾਰ ਬਾਸ਼ਦ ਜੇ ਦੁਸ਼ਮਨ ਕੋ ਨਾਤ ਹੈ, ਜਿਸ ਦਾ ਯਾਰ ਹੱਕ ਹੋਵੇ। ਹੱਕ ਯਾਰ ਨਾਮ ਹੈ ਹੱਕ ਪਰਮੇਸ਼ਰ ਦਾ, परमेश्वर, ਕਰਤਾਰ ਦਾ, बिल्कुल बिल्कुल। ਜਿਸ ਦੀ ਰੱਖਿਆ ਕਰਤਾਰ ਕਰਨ ਵਾਲਾ ਹੋਵੇ। ਜਾਂ ਕਾ ਮੀਤ ਸਾਜਨ ਹੈ ਸਮੀਆਂ, तिस जन ਤਿਸ ਜਨ ਕੋ ਕਹੋ का की कमी। ਕਾ ਕੀ ਕਮੀਆਂ। वाह वाह। ਜਿਸ ਦਾ ਸਾਹਿਬ ਡਾਢਾ ਹੋਏ। तिस नौ मार न सके। ਡਾਢਾ ਤੋਂ ਕੀ ਭਾਵ ਹੈ? ਸ਼ਕਤੀਸ਼ਾਲੀ। शक्तिशाली। वाह। ਜਿਸ ਦਾ ਮਾਲਕ ਮਹਾਨ ਸ਼ਕਤੀਸ਼ਾਲੀ ਕਰਤਾਰ ਆਪ ਹੋਵੇ, ਤਿਸ ਨੂੰ ਮਾਰ ਨਾ ਸਕੇ ਕੋਈ। जी ਉਸ ਨੂੰ ਕੌਣ ਮਾਰ ਸਕਦਾ, ਕੌਣ ਨੁਕਸਾਨ ਪਹੁੰਚਾ ਸਕਦਾ ਹੈ? जी ਭਾਵੇਂ ਕਿਸੇ ਨੇ ਕੁਝ ਵੀ ਕੀਤਾ, जी। ਲੇਕਿਨ ਇੱਕ ਦਿਨ ਉਹ ਆ ਗਿਆ। ਭਾਈ ਸਾਹਿਬ ਜੀ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦੀ ਦੇਣ ਵਾਸਤੇ ਗਏ ਨੇ, ਸ਼ਹੀਦੀ ਪ੍ਰਾਪਤ ਕਰਨ ਵਾਸਤੇ ਗਏ ਨੇ, जी ਤੇ ਜਾਣ ਤੋਂ ਪਹਿਲਾਂ ਕੋਠਾ ਸਾਹਿਬ ਦੇ ਅੰਦਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਵਿਧੀਆ ਜੀ, ਵਿਧੀ ਚੰਦ ਜੀ, ਪੁਰੀਆ ਜੀ, ਆਪਣੇ ਪੈੜਾ ਜੀ, ਪਿਰਾਣਾ ਜੀ, ਭਾਈ ਜੇਠਾ ਜੀ, ਲੰਗਾਹਾ ਜੀ ਤੇ ਹੋਰ ਨਾਮਵਰ ਸਿੱਖਾਂ ਦੀ ਮੌਜੂਦਗੀ ਦੇ ਵਿੱਚ जी ਸਤਿਗੁਰਾਂ ਨੇ ਸਾਹਿਬਜ਼ਾਦਾ ਦੇ ਚਰਨਾਂ ਵਿੱਚ ਸ਼ੀਸ਼ ਨਿਵਾਇਆ जी। ਔਰ ਆਖਿਆ ਸਾਡੇ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੀ ਅਗਵਾਈ ਸਾਹਿਬਜ਼ਾਦਾ ਹਰਗੋਬਿੰਦ ਜੀ ਕਰਨਗੇ। वाह वाह। ਜਿਸ ਵੇਲੇ ਸ਼ਹੀਦ ਹੋ ਜਾਂਦੇ ਨੇ ਤੇ ਫਿਰ ਸਤਿਗੁਰੂ ਮਹਾਰਾਜ ਨੇ ਸਾਰੀ ਜ਼ਿੰਮੇਵਾਰੀ ਸੰਭਾਲੀ ਔਰ ਜ਼ਿੰਮੇਵਾਰੀ ਸੰਭਾਲ ਕੇ ਜਿਹੜਾ ਵੱਡਾ ਕਾਰਜ ਕੀਤਾ जी ਉਹ ਸੀ ਤਖਤ ਦੀ ਰਚਨਾ, ਤਖਤ ਦਾ ਪ੍ਰਗਟ ਕਰਨਾ, जी ਅਕਾਲ ਤਖਤ ਸਾਹਿਬ ਦਾ। जी। ਤੁਸੀਂ ਕੁਝ ਕਹਿਣਾ ਚਾਹੋਗੇ? ਜੀ ਮੈਂ ਕਹਿਣ ਲੱਗੇ ਸੀ ਤਕਰੀਬਨ ਇਹੋ ਹੀ ਸਵਾਲ ਜਿਹੜਾ ਤੁਹਾਨੂੰ ਕਰਨਾ ਹਾਂ। ਸੀਗਾ, ਕਿਉਂਕਿ ਬਚਪਨਾ, ਉਸ ਤੋਂ ਬਾਅਦ ਵਿਦਿਆ, ਫਿਰ ਉਸ ਤੋਂ ਬਾਅਦ ਆਪਾਂ ਜੋ ਤਖਤ ਤੇ ਬਿਰਾਜਮਾਨ ਹੋਏ, ਜੋ ਗੱਲ ਆਪ ਜੀ ਕਰ ਰਹੇ ਹੋ, ਹਾਂ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ, ਇਹਦੀ ਜੇ ਆਪਾਂ ਵਿਚਾਰ ਕਰੀਏ ਵੀ ਸਭ ਤੋਂ ਪਹਿਲੀ ਗੱਲ ਤੇ ਇਹ ਲੋੜ ਕਿਉਂ ਪਈ? ਦੇਖੋ ਇਸ ਦੇ ਕਈ ਪਹਿਲੂ ਨੇ, ਇੱਕ ਪਹਿਲੂ ਨਹੀਂ ਭਾਈ ਸਾਹਿਬ, ਜੀ ਇਸ ਦੇ ਕੁਝ ਪਹਿਲੂ ਨੇ। ਸਭ ਤੋਂ ਪਹਿਲੀ ਗੱਲ ਤਾਂ ਬੁਨਿਆਦੀ ਇਹ ਹੈ ਕਿ ਕੁਝ ਵੀ ਅਚਨਚੇਤੀ ਅਚਾਨਕ ਨਹੀਂ ਕੀਤਾ ਗਿਆ। ਜੀ ਇਹ ਯੋਜਨਾਬੱਧ ਢੰਗ ਦੇ ਨਾਲ ਜੀ ਵਿਕਾਸ ਸੀ ਸਿੱਖੀ ਦਾ। ਜੀ ਔਰ ਯੋਜਨਾ ਬਣਾਉਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਨੇ, ਪੂਰਨੇ ਪਾਉਣ ਵਾਲੇ ਉਹ ਨੇ। ਜੀ ਜਿਸ ਵੇਲੇ ਹੁਣ ਪੰਜਵੇਂ ਪਾਤਸ਼ਾਹ ਸ਼ਹੀਦੀ ਦੇਣ ਵਾਸਤੇ ਜਾਂਦੇ ਨੇ ਤੇ ਜਾਣ ਤੋਂ ਪਹਿਲਾਂ ਭਾਈ ਸ਼ਿੰਗਾਰੂ ਜੀ ਨੂੰ, ਜੈਤੂ ਜੀ ਹੋਰਾਂ ਨੂੰ, ਉਹਨਾਂ ਨੂੰ ਆਖਦੇ ਨੇ, ਜਦੋਂ ਉਹ ਕਹਿੰਦੇ ਨੇ ਮਹਾਰਾਜ ਸਾਨੂੰ ਹੁਣ ਕੁਝ ਕਰਨਾ ਚਾਹੀਦਾ ਹੈ, ਕਹਿਣ ਲੱਗੇ ਕਰਾਂਗੇ, ਪਰ ਕਰਾਂਗੇ ਹਰਗੋਬਿੰਦ ਦੇ ਰੂਪ ਦੇ ਵਿੱਚ। ਵਾਹ ਅਸਾਂ ਨੇ ਸ਼ਸਤਰ ਧਾਰਨ ਕਰਨੇ ਨੇ। ਵਾਹ ਜੀ ਵਾਹ। ਇਸ ਦਾ ਮਤਲਬ ਪਲਾਨਿੰਗ ਸੀ ਨਾ। ਜੀ ਜੀ। ਔਰ ਗੱਲ ਕੇਵਲ ਕਹਿਣ ਮਾਤਰ ਨਹੀਂ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ, ਸਤਿਕਾਰਯੋਗ ਪਿਤਾ ਜੀ ਨੇ ਸਾਹਿਬਜ਼ਾਦਾ ਹਰਗੋਬਿੰਦ ਹੋਰਾਂ ਨੂੰ ਜੇ ਗੁਰਮੁਖੀ ਅੱਖਰ ਸਿਖਾਏ, ਹੋਰ ਵਿਦਿਆ ਪੜ੍ਹਾਈਆਂ, ਜੀ ਨਾਲ ਉਹਨਾਂ ਸ਼ਸਤਰ ਆਬਾਸੀ ਬਣਾਇਆ, ਜੀ ਨਾਲ ਉਹਨਾਂ ਘੋੜ ਸਵਾਰੀ ਸਿਖਾਈ। ਜੀ। ਜਿਸ ਸ਼ਿੰਗਾਰੂ ਹੋਰਾਂ ਦਾ ਮੈਂ ਨਾਮ ਲਿਆ ਹੈ, ਸ਼ਿੰਗਾਰੂ ਆਪਣੇ ਸਮੇਂ ਦੇ ਬੜੇ ਤਕੜੇ ਯੋਧੇ ਸਨ। ਜੀ ਜੀ। ਭਾਈ ਜੇਠਾ ਜੀ ਬੜੇ ਤਕੜੇ ਸੂਰਮੇ ਸਨ। ਭਾਈ ਵਿਧੀ ਚੰਦ ਜੀ ਹੋਣੀ, ਭਾਈ ਵਿਧੀ ਚੰਦ ਛੀਨਾ ਆਪਣੇ ਸਮੇਂ ਦੇ ਬੜੇ ਤਕੜੇ ਸਨ। ਸ਼ਿੰਗਾਰੂ ਜੀ ਹੋਰਾਂ ਦੇ ਪਾਸੋਂ ਉਹਨਾਂ ਨੂੰ ਜਿਹੜੀ ਹੈ ਨਾ ਸ਼ਸਤਰ ਵਿਦਿਆ ਸਾਰੀ, ਆਯੁਧ ਵਿਦਿਆ ਸਾਰੀ ਸਿਖਾਈ ਗਈ, ਜੀ ਘੋੜ ਸਵਾਰੀ ਸਿਖਾਈ ਗਈ। ਜੀ। ਇਹ ਕਿਉਂ ਕਰਵਾਇਆ ਗਿਆ? ਜੀ
ਇਹਦਾ ਕਾਰਨ ਸੀ ਇਸ ਦਾ ਮਤਲਬ ਪਲਾਨਿੰਗ ਸੀ ਨਾ, ਬਿਲਕੁਲ ਵੀ ਆਉਣ ਵਾਲਾ ਸਮਾਂ ਐਸਾ ਹੈ ਤੇ ਐਵੇਂ ਕਰਨਾ ਹੋਏਗਾ, ਸਾਨੂੰ ਇਸ ਪਾਸੇ ਚੱਲਣਾ ਹੋਏਗਾ। ਹਾਂਜੀ, ਫਿਰ ਇੱਥੇ ਹੀ ਨਹੀਂ ਗੱਲ ਹੈਗੀ। ਅਸੀਂ ਹੁਣ ਜਿਸ ਵੇਲੇ ਤਖਤ ਦੀ ਰਚਨਾ ਕੀਤੀ ਜਾਂਦੀ ਹੈ ਤੇ ਤਖਤ ਦੀ ਰਚਨਾ ਕਰਨ ਸਮੇਂ ਸਾਰੇ ਹੀ ਸਾਡੇ ਇਤਿਹਾਸਕਾਰ ਸਾਖੀਕਾਰ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਨੇ ਲਿਆ ਕੇ 2 ਤਲਵਾਰਾਂ ਉਹਨਾਂ ਨੂੰ ਪਹਿਨਾਈਆਂ ਸਾਹਿਬਜ਼ਾਦਾ ਜੀ ਹੋਰਾਂ ਨੂੰ। ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ, ਉਸ ਤੋਂ ਪਹਿਲਾਂ ਕੀ ਇਹਨਾਂ ਨੇ ਕੋਈ ਐਸਾ ਸਿੱਖ ਸੰਗਤਾਂ ਨੂੰ ਸੁਨੇਹੇ ਭੇਜੇ ਜਾਂ ਕੋਈ ਉਹਨਾਂ ਦੇ ਪ੍ਰਤੀ ਜਾਗਰੂਕਤਾ ਜਿਹੜੀ ਲਿਆਂਦੀ, ਜਾਂ ਇਸ ਤਰ੍ਹਾਂ ਦਾ ਕੋਈ ਸਮਾਂ ਜਿਹੜਾ ਹੈਗਾ ਉਸ ਵੇਲੇ ਬਣਿਆ? ਆਫ ਕੋਰਸ ਜੀ। ਉਹ ਜਿਹੜੀ ਪਹਿਲੀ ਗੱਲ ਆਪਾਂ ਚੱਲ ਕਰ ਰਹੇ ਸਾਂ ਉਹ ਆਪਾਂ ਬਾਅਦ ਫਿਰ ਪੂਰਨ ਕਰ ਲੈਂਦੇ ਹਾਂ। ਤੁਹਾਡਾ ਸਵਾਲ ਪਹਿਲਾਂ ਅਸੀਂ ਵਿਚਾਰ ਲੈਂਦੇ ਹਾਂ ਜੀ। ਸੰਗਤਾਂ ਨੂੰ ਨਾ ਗਿਆਨੀ ਜੀ ਸੱਦਣਾ ਜੀ, ਉਤਸ਼ਾਹ ਦੇਣਾ ਜੀ, ਉਹਨਾਂ ਦਾ ਹੌਸਲਾ ਵਧਾਉਣਾ ਜੀ, ਉਹਨਾਂ ਦੇ ਅੰਦਰ ਵੀਰਤਾ ਲਿਆਉਣੀ ਜੀ, ਇੱਕ ਸਮੇਂ ਦੀ ਖਾਸ ਲੋੜ ਸੀ। ਬਿਲਕੁਲ, ਬਹੁਤ ਖਾਸ। ਬਿਲਕੁਲ। ਕਿਉਂਕਿ 5ਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਜਿੰਨੀਆਂ ਸਜ਼ਾਵਾਂ ਦਿੱਤੀਆਂ ਗਈਆਂ ਜੀ, ਉਹਨਾਂ ਨੂੰ ਕਿਹਾ ਜਾਂਦਾ ਹੈ ਇਬਰਤਨਾਕ। ਵਾਹ। ਇਬਰਤਨਾਕ ਤੋਂ ਭਾਵ ਹੁੰਦਾ ਹੈ ਕਿਸੇ ਨੂੰ ਲੈਸਨ ਦੇਣਾ। ਐਸੀਆਂ ਸਜ਼ਾਵਾਂ ਹੈ, ਹੁਣ ਨੇੜੇ ਦੇ ਲਫ਼ਜ਼ਾਂ 'ਚ ਅਸੀਂ ਕਹਿ ਲਈਏ ਬਈ ਇੰਨੀ ਸਜ਼ਾ ਦਿਓ ਗੁਰੂ ਅਰਜਨ ਨੂੰ ਕਿ ਉਹਦੇ ਸਾਰੇ ਸਿੱਖ ਭੈ ਭੀਤ ਹੋ ਕੇ ਪਿੱਛੇ ਹਟ ਜਾਣ। ਸਬਕ ਸਿਖਾਉਣਾ ਕਿਸੇ ਨੂੰ। ਇੱਕ ਨੁਕਤਾ ਮੈਂ ਤੁਹਾਡੇ ਸਾਹਮਣੇ ਹੋਰ ਲਿਆਉਣਾ, ਮੈਂ ਜੀ ਜੀ ਧਿਆਨ ਕਰਿਓ ਜੇ ਤੁਸੀਂ ਜੀ ਬੈਠੇ ਹੋ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਦੀ ਗੱਲ ਹੈ, ਉੱਥੇ ਬੈਠਿਆਂ ਹੋਇਆ ਨਾ ਸੁਭਾਵਿਕ ਜ਼ਿਕਰ ਚੱਲ ਪਿਆ, ਗੁਰਮੁਖ ਸੱਜਣ ਵਿਦਵਾਨ ਬੈਠੇ ਸਨ। ਮੈਂ ਕਿਹਾ ਵੀ ਭਾਈ ਸਾਹਿਬ ਗੁਰਦਾਸ ਜੀ ਹੋਣੀ ਸਮਕਾਲੀ ਨੇ ਜੀ, 5ਵੇਂ ਪਾਤਸ਼ਾਹ ਜੀ ਦੇ ਜੀ ਹੈ, ਸਮਕਾਲੀ ਨੇ, ਉਸ ਸਮੇਂ ਦੇ ਹਾਲਾਤ ਦੇ ਸਮਕਾਲੀ ਨੇ। ਸਭ ਕੁਝ ਉਹਨਾਂ ਉਹ ਸੁਣਦੇ ਨੇ ਜੋ ਸ਼ਹਾਦਤ ਤੋਂ ਬਾਅਦ ਆ ਕੇ ਬਿਧੀ ਚੰਦ ਜੇਠਾ ਜੀ ਹੋਰਾਂ ਸਾਰਿਆਂ ਨੇ ਦੱਸਿਆ ਜੀ। ਲੇਕਿਨ ਭਾਈ ਗੁਰਦਾਸ ਜੀ ਸਿੱਧੇ ਤੌਰ ਤੇ ਨਹੀਂ ਲਿਖਦੇ। ਉਹਨਾਂ ਨੂੰ ਲੋਹ ਤੇ ਬਿਠਾਇਆ ਗਿਆ ਜਾਂ ਉਹਨਾਂ ਦੇ ਸੀਸ ਤੇ ਰੇਤਾ ਪਾਈ ਗਈ ਜਾਂ ਉਹਨਾਂ ਨੂੰ ਰਾਵੀ ਦੇ ਕੰਢੇ ਤੇ ਹੈ ਇਹ ਸਾਰਾ ਕੁਝ ਕੀਤਾ ਗਿਆ, ਜਾਂ ਸੰਗਲ ਬੱਧੇ ਗਏ ਜਾਂ ਪੱਥਰ ਮਾਰੇ ਗਏ, ਜਿਵੇਂ ਕਿ ਭਾਈ ਰਤਨ ਸਿੰਘ ਭੰਗੂ ਜਾਂ ਆਪਣੇ ਬੰਸਾਵਲੀ ਨਾਮਾ ਵਾਲੇ ਜਾਂ ਹੋਰ ਇਤਿਹਾਸਕਾਰ ਲਿਖਦੇ ਨੇ। ਹਾਂਜੀ, ਆਇਓ ਭਾਈ ਗੁਰਦਾਸ ਨੇ ਸਿੱਧੇ ਤੌਰ ਤੇ ਨਹੀਂ ਲਿਖਿਆ ਜੀ। ਉਹ ਕਹਿਣ ਲੱਗੇ ਇਹਨਾਂ ਇਤਿਹਾਸਕਾਰਾਂ ਨੇ ਸਦੀਆਂ ਬਾਅਦ ਜਾ ਕੇ ਲਿਖਿਆ ਗਿਆਨੀ ਜੀ। ਅੱਛਾ ਜੀ। ਭਾਈ ਗੁਰਦਾਸ ਸਮਕਾਲੀ ਨੇ ਮੌਜੂਦ ਨੇ ਜੀ, ਉਹਨਾਂ ਨੇ ਨਹੀਂ ਲਿਖਿਆ। ਵੈਸੇ ਤਾਂ ਉਹਨਾਂ ਦੇ ਅੰਦਰ ਦੀ ਬਾਤ ਉਹੀ ਜਾਣਦੇ ਨੇ ਜੀ ਜੀ, ਪਰ ਅਸੀਂ ਇੱਕ ਅੰਦਾਜ਼ਾ ਕਰ ਸਕਦੇ ਹਾਂ ਜੀ ਕਿ ਸਤਿਗੁਰਾਂ ਨੂੰ ਤਸੀਹੇ ਇੰਨੇ ਭੈਦਾਇਕ ਦਿੱਤੇ ਗਏ, ਇੰਨੇ ਜ਼ਿਆਦਾ ਦਿੱਤੇ ਗਏ 5ਵੇਂ ਪਾਤਸ਼ਾਹ ਜੀ ਨੂੰ ਲਾਹੌਰ ਦੇ ਵਿੱਚ ਜੀ, ਤਾਂ ਕਿ ਦੂਜਿਆਂ ਨੂੰ ਸਬਕ ਆਵੇ ਜੀ। ਸਬਕ ਦੇਣ ਤੋਂ ਕੀ ਭਾਵ ਸੀ? ਡਰਾਇਆ ਜਾਵੇ ਹੈ। ਭਾਈ ਗੁਰਦਾਸ ਜੀ ਨੇ ਕਹਿੰਦੇ ਨੇ, ਇੱਕ ਸਵਾਲ ਇਹਦੇ ਵਿੱਚ ਹੀ ਹੈ, ਇੱਕ ਸੈਕਿੰਡ, ਭਾਈ ਗੁਰਦਾਸ ਜੀ ਨੇ ਜੀ ਮੈਟਾਫੋਰ ਨੂੰ ਆਖਿਆ ਜਾਂਦਾ ਹੈ, ਸਿੰਬਲਿਕ ਜਾਂ ਨਿਸ਼ਾਨ ਜ਼ਰੂਰ ਦਿੱਤੇ ਨੇ। ਜੀ ਜੀ, ਹਾਂਜੀ ਜੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਗੁਰ ਦਰਿਆਓ ਵਿੱਚ ਮੀਂਹ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉ, ਫਿਰ ਕਹਿੰਦੇ ਭੀੜ ਪਈ ਜਿਤੇ ਅਵਰ ਨਾ ਆਣੀ ਹੈ। ਇਹ ਜ਼ਿਕਰ ਇਸ ਪ੍ਰਕਾਰ ਦਾ ਕੀਤਾ ਹੈ, ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਕਹਿੰਦੇ ਨੇ ਜਾਣ ਕੇ ਕੀਤਾ ਗਿਆ ਜੀ, ਤਾਂ ਕਿ ਸਿੱਖ ਸੰਗਤਾਂ ਦੇ ਵਿੱਚ ਬੇਦਿਲੀ ਨਾ ਪੈਦਾ ਹੋਵੇ, ਸਿੱਖ ਸੰਗਤ ਨਿਰਾਸ਼ ਨਾ ਹੋਵੇ। ਅਜੇ ਹਥਿਆਰ ਚੁੱਕੇ ਨਹੀਂ ਸਨ, ਸਿੱਖ ਸੰਗਤ ਨਿਰਾਸ਼ ਨਾ ਹੋਵੇ। ਹੱਦ ਹੋ ਗਈ। ਜਿਹੜੇ ਸਤਿਗੁਰੂ ਮਹਾਰਾਜ ਹਰਿਮੰਦਰ ਸਾਹਿਬ ਦੀ ਰਚਨਾ ਕਰਦੇ ਨੇ, ਜਿਹੜੇ ਸਤਿਗੁਰੂ ਮਹਾਰਾਜ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਕਰਦੇ ਨੇ ਰਚਨਾ ਕਰਕੇ ਜੀ, ਸਾਰਿਆਂ ਲਈ ਸਾਂਝਾ ਸਰੋਵਰ ਬਣਾਉਂਦੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਸਾਂਝੇ ਲੰਗਰ ਚੱਲਦੇ ਪਏ ਨੇ, ਸਭ ਕੁਝ ਕਰਦੇ ਪਏ ਨੇ ਜੀ ਜੀ। ਹਾਂਜੀ, ਉਹਨਾਂ ਨੇ ਗਲਤ ਕੀ ਕੀਤਾ ਵੀ ਜਿਸ ਦੀ ਸਜ਼ਾ ਦਿੱਤੀ ਜਾਵੇ? ਔਰ ਹੈਰਾਨੀ ਵਾਲੀ ਗੱਲ ਨਹੀਂ, ਭੈਦਾਇਕ ਗੱਲ ਨਹੀਂ ਸਿੱਖਾਂ ਦੇ ਵਾਸਤੇ, ਮਾਸੂਮ ਸਿੱਖਾਂ ਦੇ ਵਾਸਤੇ, ਕਿ ਜਿਹੜੇ ਸਾਰਾ ਕੁਝ ਖਲਕਤ ਦੇ ਵਾਸਤੇ ਕਰਦੇ ਪਏ ਨੇ, ਪ੍ਰਭੂ ਦੇ ਨਾਮ ਤੇ ਰੱਬ ਦੇ ਨਾਮ ਤੇ ਕਰਦੇ ਪਏ ਨੇ, ਯਾਰ ਉਹਨਾਂ ਨੂੰ ਇੰਨੇ ਤਸੀਹੇ ਜੀ, ਤੇ ਸਧਾਰਨ ਬੰਦਿਆਂ ਦਾ ਕੀ ਹਾਲ ਹੋਏਗਾ ਜੀ।
ਤੇ ਵੈਸੇ ਜੇ ਤਸੀਹੇ ਵਾਲੀ ਆਪਾਂ ਗੱਲ ਕਰੀਏ ਇਸ ਵਾਸਤੇ ਕਾਨੂੰਨ ਵਾਲੇ ਜਿਹੜੇ ਕਹਿੰਦੇ ਯਾਸਾ ਕਾਨੂੰਨ ਵੀ ਉਦੋਂ ਇਹਨਾਂ ਦੇ ਉੱਤੇ ਲਾਗੂ ਕੀਤਾ ਗਿਆ ਸੀਗਾ। ਹਾਂ, ਪਰ ਜੇ ਗੱਲ ਕਰੀਏ ਕਿ ਜਿਹੜੇ ਤੁਸੀਂ ਸਜ਼ਾਵਾਂ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਕੋਈ ਬਹੁਤਾ ਜਿਹੜਾ ਜ਼ਿਆਦਾ ਰੋਲ ਉਹ ਉਸ ਸਮੇਂ ਜਿਹੜੇ ਸਿੱਖ ਧਰਮ ਦੇ ਵਿਰੋਧੀ ਸੀਗੇ, ਜਾਂ ਤੇ ਦੂਸਰੇ ਪਾਸੇ ਚੰਦੂ ਦੀ ਗੱਲ ਆਪਾਂ ਲਾ ਲਈਏ, ਜਿਹੜੀਆਂ ਗੁਰੂ ਮਹਾਰਾਜ ਨੂੰ ਸਜ਼ਾਵਾਂ ਦਿੱਤੀਆਂ, ਕਿ ਇਹਨਾਂ ਦਾ ਜ਼ਿਆਦਾ ਹੱਥ ਸੀਗਾ ਕਿ ਜਾਂ ਕਿ ਇੱਕ ਸਿੱਖ ਧਰਮ ਨੂੰ ਵੈਸੇ ਹੀ ਖਤਮ ਕਰਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਹੋਈਆਂ ਸੀ? ਦੇਖੋ, ਅਸੀਂ ਦੀਵਾਨ ਚੰਦੂ ਨੂੰ ਹੀ ਮੁੱਖ ਦੋਸ਼ੀ ਮੰਨਦੇ ਰਹਿਣਾ ਸੀ ਜੀ, ਕਿਉਂਕਿ ਸਾਡੇ ਕੋਲ ਹੋਰ ਲਿਖਦਾ ਹੈ ਨਹੀਂ ਸੀ ਜੀ। ਉਹਨੂੰ ਹੀ ਮੰਨਦੇ ਰਹਿਣਾ ਸੀ ਵੀ ਦੀਵਾਨ ਚੰਦੂ ਨੇ ਕੀਤਾ ਸਾਰਾ ਕੁਝ, ਪ੍ਰਿਥੀ ਚੰਦ ਨੇ ਕੀਤਾ ਸਾਰਾ ਕੁਝ, ਹੈ ਜੀ। ਪਰ ਜਦੋਂ ਤੁਜ਼ਕ ਸਾਡੇ ਸਾਹਮਣੇ ਆਈ, ਜਿਹੜੀ ਕਿ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਮੰਨੀ ਜਾਂਦੀ ਹੈ ਜੀ, ਜਿਸ ਵਿੱਚ ਉਹ ਖੁਦ ਲਿਖਦਾ ਹੈ ਕਿ ਬਿਆਸਾ ਦਰਿਆ ਦੇ ਕਿਨਾਰੇ ਤੇ ਗੋਇੰਦਵਾਲ ਦੇ ਸਥਾਨ ਤੇ ਇੱਕ ਅਰਜਨ ਨਾਮੇ ਹਿੰਦੂ ਹੈ, ਜਿਹਨੇ ਗੁਰੂ ਅਤੇ ਸ਼ੈਖੀ ਦਾ ਢੋਲ ਬੜਾ ਉੱਚਾ ਵਜਾਇਆ ਹੋਇਆ ਸੀ, ਹਿੰਦੂਆਂ ਨੂੰ ਮੁਸਲਮਾਨਾਂ ਨੂੰ ਵਰਗਲਾਇਆ ਹੋਇਆ ਸੀ, ਭਾਵ ਸਿੱਖ ਬਣਾ ਰਿਹਾ ਸੀ, ਸਾਰਿਆਂ ਨੂੰ ਇਸ ਪਾਸੇ ਕਰ ਰਿਹਾ ਸੀ, ਹੈ ਪੀਰੀ ਤੇ ਸ਼ੈਖੀ ਦਾ ਢੋਲ ਵਜਾਇਆ ਹੋਇਆ ਸੀ। ਮੁੱਦਤਾਂ ਤੋਂ ਲੈ ਕੇ ਮੈਂ ਸਾਰਾ ਕੁਝ ਵੇਖ ਰਿਹਾ ਸਾਂ। ਦੁਕਾਨੇ ਬਾਤਲ ਬੜੀ ਗਰਮ ਉਹਨਾਂ ਦੀ ਚੱਲ ਰਹੀ ਹੈ। ਦੁਕਾਨੇ ਬਾਤਲ ਤੋਂ ਭਾਵੇਂ ਝੂਠ ਦੀ ਦੁਕਾਨ, ਹਾਂ ਝੂਠ ਦੀ ਦੁਕਾਨ ਵੀ ਕਹਿੰਦੇ ਲਿਖਿਆ ਉਹਨੇ। ਔਰ ਮੇਰੀ ਇਹ ਕੋਸ਼ਿਸ਼ ਸੀ ਕਿ ਮੈਂ ਇਸ ਦੁਕਾਨ ਨੂੰ ਮੈਂ ਠੱਪ ਕਰ ਦਿਆਂ ਜੀ, ਜਾਂ ਮੈਂ ਇਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂ, ਭਾਵ ਮੁਸਲਮਾਨ ਬਣਾ ਲਵਾਂ ਜੀ। ਜਦੋਂ ਮੈਨੂੰ ਪਤਾ ਲੱਗਾ ਕਿ ਖੁਸਰੋ ਇਧਰੋਂ ਮੇਰਾ ਬਾਗੀ ਜਿਹੜਾ ਸੀ ਉਹ ਲੰਘਿਆ, ਹੈ ਤਾਂ ਭਾਵੇਂ ਉਹਦਾ ਪੁੱਤਰ ਸੀ, ਪਰ ਉਹ ਲੰਘਿਆ ਤੇ ਗੁਰੂ ਅਰਜਨ ਉਸ ਨੂੰ ਮਿਲਿਆ ਤੇ ਗੁਰੂ ਅਰਜਨ ਨੇ ਉਹਦੇ ਹੱਕ ਵਿੱਚ ਦੁਆ ਕੀਤੀ, ਉਹਨੂੰ ਲੰਗਰ ਖਵਾਇਆ, ਉਹਦੀ ਮਦਦ ਕੀਤੀ, ਹੈ ਉਹਦੇ ਮੱਥੇ ਤੇ ਟਿੱਕਾ ਲਾਇਆ, ਇਹ ਉਹ ਕੀਤਾ। ਆਪੇ ਹੀ ਗੱਲ ਕਰਕੇ ਫਿਰ ਕਹਿੰਦਾ ਹੈ ਅਮਰ ਕਰਦਮ, ਮੈਂ ਹੁਕਮ ਕੀਤਾ ਕਿ ਪੂਰਾ ਹਾਜ਼ਰ ਸਾਖਤੰਦ ਗੁਰੂ ਅਰਜਨ ਨੂੰ ਹਾਜ਼ਰ ਕੀਤਾ ਜਾਵੇ। ਜੀ ਜੀ ਹੈ ਜੀ। ਮਨਾਜ਼ਲੋ ਮੁਸਾਕਨੋ व फरजंदान ऊरा व मुर्तज़ा खान इनायत नमूदम, जितना भी सी उस दी अचल जायदाद है ਉਹ ਸਾਰੀ ਦੀ ਸਾਰੀ ਸਮੇਤ ਉਸ ਦੇ ਪਰਿਵਾਰ ਦੇ ਬੱਚਿਆਂ ਦੇ ਮੈਂ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤੀ ਜੀ। ਤੇ ਨਾਲ ਜਿਤਨਾ ਹੋਰ ਸੀ ਅਮਵਾਲੋ ਅਮਾਵੋ ਊਰਾ ਵਾ ਜ਼ਬਤਾ ਦਰ ਆਇਦ ਅਵਰਦਾ, ਤੇ ਬਾਕੀ ਜਿਹੜਾ ਜਿਹਨੂੰ ਕਹਿੰਦੇ ਨੇ ਸਮਾਨ ਥੋੜਾ ਬਹੁਤ ਉੱਪਰ ਜਿਹੜਾ ਹੁੰਦਾ, ਇੱਕ ਤਾਂ ਹੁੰਦਾ ਨਾ ਜ਼ਮੀਨ, ਇੱਕ ਹੁੰਦਾ ਘਰ ਵਿੱਚ ਪਿਆ ਸਮਾਨ ਤੇ ਹੋਰ ਸਾਰਾ ਕੁਝ ਭਾਂਡਾ ਢੀਂਡਾ ਜੀ, ਇਹ ਸਾਰਾ ਕੁਝ ਜਿਹੜਾ ਸੀ ਮੈਂ ਸਾਰਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਹੁਕਮ ਕਰ ਦਿੱਤਾ। ਤੇ ਨਾਲ ਹੀ ਫਰਮੂਦਮ ਕਿ ਊਰਾ ਉਸ ਨੂੰ ਭਾਵ ਗੁਰੂ ਅਰਜਨ ਸਾਹਿਬ ਨੂੰ ਬਾ ਯਾਸਾ ਵਾ ਬਾ ਸਿਆਸਤ ਅਰਸਾਨੰਦ, ਸਿਆਸਤ ਦੇ ਅਨੁਸਾਰ ਤੇ ਯਾਸਾ ਦੇ ਅਨੁਸਾਰ ਉਹਨੂੰ ਤਸੀਹੇ ਦਿੱਤੇ ਜਾਣ ਜੀ। ਇਹ ਦੋ ਕਾਨੂੰਨ ਸਨ। ਇੱਕ ਤਾਂ ਇੱਥੋਂ ਦਾ ਰਾਜਨੀਤਿਕ ਜਿਹੜਾ ਕਾਨੂੰਨ ਬਣਾਇਆ ਸੀ, ਦੂਜਾ ਜਿਹੜਾ ਯਾਸਾ ਸੀ ਇਹਨਾਂ ਦਾ ਖਾਨਦਾਨੀ ਚੰਗੇਜ਼ ਖਾਨਦਾਨ ਵਾਲਾ ਕਾਨੂੰਨ ਸੀ, ਜਿਸ ਦੇ ਅਨੁਸਾਰ ਉਹਨਾਂ ਨੂੰ ਗੁਰੂ ਸਾਹਿਬ ਨੂੰ ਸਜ਼ਾਵਾਂ ਦੇਣ ਦਾ ਇਹਨੇ ਵਿਧਾਨ ਬਣਾ ਦਿੱਤਾ। ਹੁਣ ਦੇਖੋ ਕਿੰਨਾ ਲੋੜਾ ਹੈ ਜੀ, ਸੱਦ ਲਿਆ ਲੇਕਿਨ ਕੋਈ ਸੁਣਵਾਈ ਨਹੀਂ, ਸੁਣਵਾਈ ਕਰਨ ਦੀ ਲੋੜ ਹੀ ਕੋਈ ਨਹੀਂ ਜੀ। ਆਉਣ ਤੋਂ ਪਹਿਲਾਂ ਹੀ ਨਿਸ਼ਚਿਤ ਕਰ ਦਿੱਤਾ ਗਿਆ ਜੀ ਬਈ ਉਹਨੂੰ ਇਹ ਸਜ਼ਾਵਾਂ ਦਿੱਤੀਆਂ ਜਾਣ ਤੇ ਸਜ਼ਾਵਾਂ ਦੇ ਕੇ ਇਸ ਢੰਗ ਦੇ ਨਾਲ ਮਾਰ ਦਿੱਤਾ ਜਾਵੇ ਜੀ। ਚਲੋ ਆਪਾਂ ਨਾ ਇਸ ਗੱਲ ਨੂੰ ਵਧੇਰੇ ਨਾ ਕਰੀਏ, ਬਿਲਕੁਲ ਆਪਾਂ ਉਸੇ ਤੇ ਆਈਏ। ਪ੍ਰਕਾਸ਼ ਪੁਰਬ ਤੇ ਤੁਸੀਂ ਰਹੋ। ਬਿਲਕੁਲ ਜੀ ਬਿਲਕੁਲ। ਮੈਂ ਕਹਿਣ ਲੱਗਾ ਸਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਸਲਾਹਕਾਰਾਂ ਦੇ ਵਿੱਚ ਮੁੱਖ ਨੇ ਭਾਈ ਸਾਹਿਬ ਗੁਰਦਾਸ ਜੀ ਅਤੇ ਖਾਸ ਤੌਰ ਤੇ ਬਾਬਾ ਬੁੱਢਾ ਸਾਹਿਬ ਸਤਿਕਾਰਯੋਗ ਜੀ, ਔਰ ਹੋਰ ਸਿੱਖਾਂ ਨੇ ਜੋ ਰਾਏ ਦਿੱਤੀ, ਉਸ ਰਾਏ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਰੂਰਤ ਸੀ ਉਸ ਵੇਲੇ ਦੀ ਕਿ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਇਕੱਠੇ ਕੀਤਾ ਜਾਵੇ ਜੀ, ਵੱਧ ਤੋਂ ਵੱਧ ਸਿੱਖ ਸੰਗਤਾਂ ਹਾਜ਼ਰ ਹੋਣ, ਬਕਾਇਦਾ ਡੇਟ ਨਿਸ਼ਚਿਤ ਕੀਤੀ ਗਈ। ਉਹਨਾਂ ਦੇ ਆਉਣ ਤੋਂ ਪਹਿਲਾਂ ਤਖਤ ਦੀ ਰਚਨਾ ਕੀਤੀ ਗਈ, ਉੱਚਾ ਸੁੰਦਰ ਸ਼ਾਨਦਾਰ ਥੜਾ ਬਣਾਇਆ ਗਿਆ ਜੀ, ਬਿਲਕੁਲ ਹਰਮੰਦਰ ਸਾਹਿਬ ਜੀ ਦੇ ਸਨਮੁਖ ਥੜਾ ਬਣਾਇਆ ਗਿਆ, ਔਰ ਫਿਰ ਨਾਲ ਸ਼ਸਤਰ ਤਿਆਰ ਕੀਤੇ ਗਏ ਜੀ। ਤੁਹਾਨੂੰ ਧਿਆਨ ਹੋਵੇਗਾ ਇੱਥੇ ਅਸੀਂ ਗੱਲ ਲੈ ਕੇ ਪਹਿਲਾਂ ਆਏ ਸਾਂ, ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗ ਪਿਆ। ਹੁਣ ਉਹ ਸ਼ਸਤਰ ਕਿਉਂ ਤਿਆਰ ਕੀਤੇ ਗਏ ਜੀ?
ਜਿਹੜਾ ਵਿਅਕਤੀ ਸ਼ਸਤਰ ਪਹਿਨਦਾ ਹੀ ਨਾ ਹੋਵੇ, ਸ਼ਸਤਰ ਜਿਹਨੇ ਵਰਤੋਂ ਕਰਨੀ ਨਾ ਹੋਵੇ, ਉਹਨੂੰ ਸ਼ਸਤਰ ਦੇਣ ਦਾ ਕੋਈ ਮਤਲਬ ਹੈ? ਜੀ। ਜਦ ਕਿ ਇੱਕ ਸ਼ਸਤਰ ਨਹੀਂ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਇਹ ਤਾਂ ਪ੍ਰਚਲਿਤ ਹੈ ਨਾ ਵੀ ਨੱਥਮਲ ਨੇ ਆਖਿਆ। ਲੇਕਿਨ ਗੁਰਬਿਲਾਸ ਪਾਤਸ਼ਾਹੀ 6ਵੀਂ ਵਾਲਾ ਲਿਖਦਾ ਹੈ, ਕਹਿੰਦਾ ਹੈ ਦੋ ਤਲਵਾਰਾਂ ਹੀ ਕੇਵਲ ਨਹੀਂ ਬੱਧੀਆਂ, ਪੱਥਾ ਵੀ ਪਿੱਛੇ ਰੱਖਿਆ ਜੀ, ਔਰ ਤੀਰ ਆਪਣੇ ਕਮਾਨ ਵੀ ਦੂਸਰੇ ਮੋਢੇ ਤੇ ਉਹਨਾਂ ਦੇ ਕਮਾਨ ਹੈ, ਤੇ ਨਾਲ ਉਹਨਾਂ ਦੇ ਕੋਲ ਬੰਦੂਕ ਹੈ। ਅੱਛਾ। 5 ਸ਼ਸਤਰ ਉਹਨੇ ਗਿਣਾਏ। ਠੀਕ ਹੈ। ਔਰ ਨਾਲ ਚੱਕਰ, ਸਤਿਗੁਰਾਂ ਦੇ ਹਜ਼ੂਰ ਦੇ ਸ਼ੀਸ਼ ਤੇ ਚੱਕਰ ਲਗਾਇਆ ਗਿਆ ਤੇ ਦਸਤਾਰ ਦੇ ਉੱਪਰ ਕਲਗੀ ਸਜਾਈ ਗਈ। ਜੀ। ਹਾਂਜੀ। ਸ਼ਬ ਬਰਨੀ ਨਹੀਂ ਜਾਏ ਕਿਆ ਕਹੂੰ ਗਾਇਕ ਹੈ। ਨੱਥ ਇੱਕ ਹੋਰ ਥਾਂ ਤੇ ਲਿਖਦੇ ਨੇ ਅੱਗੇ ਜਾ ਕੇ, ਕਹਿੰਦੇ ਨੇ ਮਹਾਰਾਜ ਦੀ ਜਿਹੜੀ ਛਵੀ ਹੈ ਇਸ ਵੇਲੇ ਦੀ ਸ਼ੋਭਾ ਹੈ ਜਦੋਂ ਤਖਤ ਤੇ ਸਤਿਗੁਰ ਤਖਤ ਬਿਰਾਜੇ ਪ੍ਰਭੂ ਤੇ ਆਏਕ ਹੈ। ਹਾਂਜੀ, ਤਖਤ ਤੇ ਵਿਰਾਜਮਾਨ ਹੋਏ, ਛਬ ਬਰਨੀ ਨਹੀਂ ਜਾਏ ਕਿਆ ਕਹੂੰ ਗਾਇਕ ਹੈ। ਅਸੀਂ ਗਾ ਕੇ ਉਹਨਾਂ ਦੀ ਵਡਿਆਈ ਕੀ ਕਰ ਸਕਦੇ ਹਾਂ। ਰਵਸਸ ਭੈ ਮਲੀਨ ਸੁਦਰਸ਼ ਦਿਖਾਇਕ ਹੈ। ਜਿਸ ਵੇਲੇ ਸੂਰਜ ਅਤੇ ਚੰਦਰਮਾ ਨਿਕਲੇ, ਸਤਿਗੁਰਾਂ ਦੀ ਉਹਨਾਂ ਨੇ ਛਵੀ ਦੇਖੀ ਜੀ, ਤੇ ਸੂਰਜ ਤੇ ਚੰਦਰਮਾ ਮਲੀਨ ਹੋ ਗਏ। ਵਾਹ ਵਾਹ। ਹਾਂਜੀ। ਔਰ ਫਿਰ ਅਖੀਰ ਤੇ ਜਾ ਕੇ ਇਸੇ ਤਰ੍ਹਾਂ ਹੀ ਜ਼ਿਕਰ ਕਰਦਿਆਂ ਹੋਇਆਂ ਵਡਿਆਈ ਕਰਦੇ ਨੇ, ਸ੍ਰੀ ਗੁਰ ਛਬ ਬਰਨੀ ਨਹੀਂ ਜਾਏ ਕਿਆ ਕਹੂੰ ਗਾਇਕ ਹੈ। ਮੀਰ ਅਬਦੁਲ ਔਰ ਨੱਥਾ ਜਸ ਕਾ ਹੈ ਬਨਾਇਕ ਹੈ। ਜੀ। ਅਬਦੁਲ ਤੇ ਨੱਥਾ ਇਹ ਜਸ ਕਰਦੇ ਨੇ। ਭਾਵ ਸਤਿਗੁਰਾਂ ਨੇ ਸ਼ਸਤਰ ਧਾਰਨ ਕੀਤੇ, ਔਰ ਸ਼ਸਤਰ ਧਾਰਨ ਕਰਕੇ ਜਿਹੜੀ ਅਗਲੀ ਗੱਲ ਹੈ ਸਾਡੇ ਧਿਆਨ ਕਰਨ ਵਾਲੀ, ਜਿਹੜੀ ਕਿ ਬੜੀ ਜ਼ਰੂਰੀ ਸੀ। ਜੀ। ਸਤਿਗੁਰੂ ਮਹਾਰਾਜ ਨੇ ਜੋ ਕੁਝ ਆਖਿਆ, ਜੀ, ਭਾਈ ਸੰਤੋਖ ਸਿੰਘ ਹੋਰਾਂ ਨੇ ਬੜੇ ਵਿਸਥਾਰ ਨਾਲ ਲਿਖਿਆ। ਜੀ। ਸਾਡੇ ਮਹਾਕਵੀ ਜੀ ਨੇ ਬੜੇ ਵਿਸਥਾਰ ਨਾਲ ਲਿਖਿਆ। ਜੀ। ਇੱਥੇ ਦੀਵਾਨ ਦੀ ਸਮਾਪਤੀ ਕੀਤੀ, ਘਰ ਗਏ। ਜਿਸ ਵੇਲੇ ਘਰ ਗਏ ਨੇ ਤੇ ਘਰ ਪਹੁੰਚਦਿਆਂ ਨਾਲ ਨਾ ਸਤਿਕਾਰਯੋਗ ਮਾਤਾ ਜੀ ਕੋਲ ਕੁਝ ਖਬਰਾਂ ਪਹੁੰਚ ਗਈਆਂ। ਅੱਛਾ। ਬਈ ਇਹਨਾਂ ਨੇ ਉੱਥੇ ਅੱਜ ਆ ਕੁਝ ਆਖਿਆ। ਜੀ। ਸੁਣਨ ਵਾਲਿਆਂ ਵਿੱਚ ਕੁਝ ਐਸੇ ਨਾ ਗੰਭੀਰ ਬਿਰਤੀ ਵਾਲੇ ਸਿੱਖ ਵੀ ਸਨ। ਜੀ ਜੀ। ਜਿਹੜੇ ਸਮਝਦੇ ਸਨ ਬਈ ਇਹ ਹਾਲਾਤ ਅਨੁਕੂਲ ਨਹੀਂ ਹੈਗੇ ਇਹਨਾਂ ਗੱਲਾਂ ਦੇ, ਜਿਹੜੀਆਂ ਗੱਲਾਂ ਹੈ ਸਾਹਿਬਜ਼ਾਦਾ ਜੀ ਨੇ ਕੀਤੀਆਂ ਨੇ, ਗੁਰੂ ਸਾਹਿਬ ਨੇ ਕੀਤੀਆਂ ਨੇ। ਜੀ। ਇਹਨਾਂ ਨੂੰ ਐਵੇਂ ਨਹੀਂ ਕਰਨੀਆਂ ਚਾਹੀਦੀਆਂ ਸੀ। ਹਕੂਮਤ ਦੀ ਬੜੀ ਕਰੜੀ ਨਿਗਾਹ ਹੈ ਇਹਨਾਂ ਤੇ, ਸਾਰਾ ਕੁਝ ਹੈਗਾ। ਜੀ। ਮਾਤਾ ਜੀ ਫਿਰ ਪੁੱਛਦੇ ਨੇ ਮਾਤਾ ਗੰਗਾ ਜੀ। ਜਿਸਲੇ ਪਹੁੰਚੇ ਨਾ ਤੇ ਜਾ ਕੇ ਚਰਣੀ ਹੱਥ ਲਾਇਆ, ਸੀਨਾ ਨਾਲ ਲਾਇਆ, ਮਾਤਾ ਜੀ ਨੇ ਕੋਲ ਬਿਠਾਇਆ ਤੇ ਕਹਿੰਦੀ ਲਾਲ ਜੀ ਅੱਜ ਕੀ ਬਚਨ ਕੀਤੇ? ਅੱਛਾ। ਤੇ ਸਤਿਗੁਰੂ ਕਹਿੰਦੇ ਤੁਹਾਨੂੰ ਪਤਾ ਲੱਗਾ? ਕਹਿਣ ਲੱਗੇ ਹਾਂ ਪਤਾ ਤਾਂ ਮੈਨੂੰ ਲੱਗਾ ਹੈ, ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ। ਅੱਛਾ। ਤੁਸੀਂ ਕੀ ਬਚਨ ਕਰਕੇ ਆਏ ਹੋ? ਠੀਕ। ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਨੇ ਸੁਣ ਗੰਗਾ ਤੇ ਸਤਿਗੁਰੂ ਬੋਲੇ, ਮਾਤਾ ਜੀ ਹਤੋਂ ਪਾਤਕੀ ਪ੍ਰਣ ਨਹਿ ਡੋਲੇ। ਜੀ ਜੀ ਜੀ। ਪਾਤਕੀ ਕਹਿੰਦੇ ਨੇ ਪਾਪੀ ਨੂੰ। ਜੀ ਜੀ ਜੀ। ਅਸਾਂ ਨੇ ਆਖਿਆ ਅਸੀਂ ਪਾਪੀ ਨੂੰ ਮਾਰਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਸੰਤ ਬਣੇ ਪ੍ਰਤਾਪ ਨਾ ਜਾਣੇ। ਜੀ ਜੀ ਜੀ। ਹੈਂ ਜੀ। ਕੋਈ ਸੰਤ ਬਣ ਕੇ ਰਹਿ ਰਿਹਾ ਹੋਵੇ ਉਸ ਦੀ ਵਡਿਆਈ ਨੂੰ ਨਹੀਂ ਸਮਝਦੇ। ਵਾਹ ਵਾਹ। ਜਿਹੜੇ ਨਹੀਂ ਸਮਝਦੇ, ਹੱਥੋਂ ਸ਼ਤਰੂ ਮੈਂ ਬਣ ਸਵਧਾਨਾ। ਮੈਂ ਹੁਣ ਐਸੇ ਸ਼ਤਰੂਆਂ ਨੂੰ, ਐਸੇ ਦੁਸ਼ਮਣਾਂ ਨੂੰ ਮੈਂ ਮਾਰਾਂਗਾ। ਸੁਣਦੇ ਪਏ ਨੇ ਮਾਤਾ ਜੀ। ਕਹਿੰਦੇ ਨੇ ਮਾਤਾ ਨਹਿ ਚਿੰਤਾ ਚਿਤ ਕੀਜੈ ਮਾਈ। ਜੀ। ਭਾਈ ਸਾਹਿਬ ਜੀ ਸਾਡੀ ਚਿੰਤਾ ਨਾ ਕਰੋ। ਜੀ। ਹਮਾਰੇ ਪੁਰਖ ਅਕਾਲ ਸਹਾਈ। ਜੀ। ਅਕਾਲ ਪੁਰਖ ਜਿਹੜੇ ਨੇ ਉਹ ਸਾਡੀ ਸਹਾਇਤਾ ਕਰਨ ਵਾਲੇ ਨੇ। ਨਾ ਚਿੰਤਾ ਚਿਤ ਕੀਜੈ ਮਾਈ। ਜੀ। ਹਮਾਰੇ ਪੁਰਖ ਅਕਾਲ ਸਹਾਈ। ਅਕਾਲ ਪੁਰਖ ਸਾਡੇ ਸਹਾਇਕ ਨੇ। ਜੀ। ਫਿਰ ਸੀਨੇ ਨਾਲ ਲਾਇਆ, ਘੁੱਟ ਕੇ ਛਾਤੀ ਨਾਲ ਲਾਇਆ, ਪਿਆਰ ਨਾਲ ਕਹਿਣ ਲੱਗੇ ਪੁੱਤਰ ਕੋਈ ਫਿਕਰ ਨਹੀਂ, ਮੈਨੂੰ ਕੋਈ ਫਿਕਰ ਨਹੀਂ। ਜੀ। ਮੈਨੂੰ ਪੂਰਨ ਵਿਸ਼ਵਾਸ ਹੈ ਗੁਰੂ ਨਾਨਕ ਤੁਠਾ ਕੀਨੀ ਦਾਤ। ਜੀ। ਜਿਸ ਗੁਰੂ ਨਾਨਕ ਨੇ ਭੇਜਿਆ ਹੈ ਨਾ, ਬਿਲਕੁਲ ਉਹ ਗੁਰੂ ਨਾਨਕ ਹੀ ਤੁਹਾਡੀ ਰੱਖਿਆ ਕਰਨ ਵਾਲੇ ਨੇ। ਜੀ। ਤੁਹਾਡੇ ਪਿਤਾ ਜੀ ਨੇ ਬਚਨ ਸੁਣਾਇਆ ਸੀ, ਜੰਮਿਆ ਪੂਤ ਭਗਤ ਗੋਬਿੰਦ ਕਾ। ਜੀ। ਹੈ ਤੇ ਗੋਬਿੰਦ ਆ ਵੀ ਰੱਖਿਆ ਕਰਨ ਵਾਲਾ। ਮੈਨੂੰ ਮਾਂ ਨੂੰ ਕੀ ਚਿੰਤਾ ਹੋ ਸਕਦੀ, ਕੀ ਫਿਕਰ ਹੋ ਸਕਦਾ? ਮੈਨੂੰ ਕੋਈ ਫਿਕਰ ਨਹੀਂ ਹੈ।
ਤਾਂ ਉਸ ਵੇਲੇ ਇਹ ਸੁਨੇਹਾ ਦੇਣਾ ਅਕਾਲ ਤਖਤ ਤੋਂ ਸਿੱਖਾਂ ਦੇ ਹੌਸਲੇ ਨੂੰ ਉੱਪਰ ਚੁੱਕਣ ਵਾਸਤੇ ਵਾਹ ਵਾਹ ਬੜਾ ਜ਼ਰੂਰੀ ਸੀ ਜੀ। ਔਰ ਹਕੂਮਤ ਨੂੰ ਬੜਾ ਠੋਸ ਉੱਤਰ ਸੀ, ਬਹੁਤ ਠੋਸ। ਜਿਹੜੀ ਹਕੂਮਤ ਇਹ ਸਮਝਦੀ ਸੀ ਕਿ ਅਸੀਂ ਜੀ ਫਰਜ਼ੰਦਾਨ ਊਰਾ व अमवालो व सबाबो या मनाजिलो मसाकनो ये वो ਅਸੀਂ ਸਾਰਾ ਜ਼ਬਤ ਕਰ ਲਿਆ ਤੇ ਇਨਾਇਤ ਉਹਨੂੰ ਦੇ ਦਿੱਤਾ ਹੈ ਮੁਰਤਜ਼ਾ ਖਾਨ ਨੂੰ ਇਨਾਇਤ ਨਮੂਦਮ। ਇਹ ਸਾਰਾ ਕੁਝ ਕਰਕੇ ਤਖਤ ਦੀ ਰਚਨਾ ਕਰਕੇ ਤੇ ਗਰਜ ਕੇ ਵਾਹ ਸ਼ਸਤਰਧਾਰੀ ਹੋ ਕੇ ਹਕੂਮਤ ਦੇ ਸਾਰੇ ਜਿਹੜੇ ਸੁਪਨੇ ਸਨ ਨਾ ਜੀ ਸਾਰੇ ਉਡਾਤੇ ਜੀ। ਹਾਂਜੀ, ਇਹ ਸੁਪਨੇ ਉਡਾਉਣੇ ਜਿਹੜੇ ਸਨ ਨਾ ਇਹ ਬੜੇ ਜ਼ਰੂਰੀ ਸਨ। ਬਿਲਕੁਲ। ਜਿਵੇਂ ਮੈਂ ਖਿਮਾ ਕਰਨਾ, ਮੈਨੂੰ ਮੈਂ ਪਹਿਲਾਂ ਬੇਨਤੀ ਕੀਤੀ ਨਾ ਕਿ ਕੁਝ ਗੰਭੀਰ ਵਿਚਾਰ ਰੱਖਣ ਵਾਲੇ ਸੱਜਣ ਜੀ ਜੀ ਜਾ ਕੇ ਮਾਤਾ ਜੀ ਨੂੰ ਮਿਲੇ ਤੇ ਉਹਨਾਂ ਨੇ ਮਹਿਸੂਸ ਕੀਤਾ ਵੀ ਹਾਲਾਤ ਸਾਜ਼ਗਾਰ ਨਹੀਂ, ਐਸੇ ਬਚਨ ਨਹੀਂ ਕਰਨੇ ਚਾਹੀਦੇ, ਨਹੀਂ ਕਰਨੇ ਚਾਹੀਦੇ ਜੀ। ਹੁਣ ਉਹਨਾਂ ਸਿੱਖਾਂ ਨੂੰ ਤੇ ਹੋਰਨਾਂ ਨੂੰ ਫਿਰ ਸਮਝਾਉਣ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਆਏ ਜੀ। ਹਾਲਾਂਕਿ ਇਸ ਸਮੇਂ ਦੇ ਉੱਤੇ ਜਦੋਂ ਇਹੋ ਜਿਹੀਆਂ ਵਿਚਾਰਾਂ ਚੱਲਦੀਆਂ ਨਾ ਤੇ ਕਈ ਡਰਨ ਵਾਲੇ ਬਹੁਤ ਹੁੰਦੇ ਆ ਵੀ ਇਹ ਹਕੂਮਤ ਦੇ ਨਾਲ ਟੱਕਰ ਲੈਣਗੇ, ਇਹਨਾਂ ਚੀਜ਼ਾਂ ਦੀ ਕੀ ਲੋੜ ਆ, ਇਹ ਛੱਡ ਦਿਓ ਜੀ। ਇਹ 10ਵੇਂ ਪਾਤਸ਼ਾਹ ਦੇ ਟਾਈਮ ਤੇ ਵੀ ਇਹ ਬਾਅਦ ਵਿੱਚ ਹੋਇਆ ਸੀਗਾ, ਮਾਤਾ ਗੁਜਰ ਕੌਰ ਜੀ ਉਹਨਾਂ ਦੇ ਕੋਲ ਇਹ ਕੀ ਆ। ਸੋ ਇਹ ਪਹਿਲਾਂ ਦਾ ਗੁਰੂ ਸਾਹਿਬ ਗੱਲ ਸੁਣੋ ਮੇਰੀ, ਕਰ ਰਹੇ ਆ ਤੁਸੀਂ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਹੋ ਜੀ, ਹੁਣ ਦੀ ਗੱਲ ਕਰ ਲਓ ਜੀ। ਕਿੰਨੇ ਕੁ ਦਿਨ ਹੋਏ ਨੇ ਹਾਂਜੀ ਜਦੋਂ ਜਥੇਦਾਰ ਸਾਹਿਬ ਨੇ ਆਖਿਆ ਵੀ ਸਾਰੇ ਸਿੱਖਾਂ ਨੂੰ ਨਾ ਸ਼ਸਤਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਜੀ, ਇੰਨੀ ਕੁ ਗੱਲ ਆਖੀ ਨਾ ਜੀ। ਤੇ ਕਈ ਜਿਹੜੇ ਨੇ ਨਾ ਮੈਂ ਆਖਾਂਗਾ ਅਗਿਆਨੀ ਤੇ ਕੁਝ ਨੇ ਐਸੇ ਜਿਹੜੇ ਜਾਣ ਬੁੱਝ ਕੇ ਅਗਿਆਨੀ ਬਣਦੇ ਨੇ ਜੀ। ਉਹਨਾਂ ਨੇ ਵਿਰੋਧਤਾ ਇਸ ਲਈ ਕੀਤੀ ਵੀ ਹਾਂ ਇਹਨਾਂ ਨੇ ਸ਼ਸਤਰਾਂ ਦਾ ਸਿੱਖ ਸ਼ਸਤਰਧਾਰੀ ਹੋਣ। ਮੈਂ ਕਹਾਂਗਾ ਵੀ ਇਹ ਉਸ ਤਖਤ ਦੀ ਸੇਵਾ ਕਰਨ ਵਾਲੇ ਜਥੇਦਾਰ ਨੇ ਜੀ, ਜਿਸ ਤਖਤ ਦੀ ਜਦੋਂ ਸਿਰਜਣਾ ਕੀਤੀ ਗਈ ਸੀ ਬਿਲਕੁਲ ਬਿਲਕੁਲ, ਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ ਸੀ। ਬਿਲਕੁਲ। ਹੈਂ, ਉਸ ਤਖਤ ਤੇ ਬੈਠੇ ਹੋਏ ਜੋ ਪੰਥ ਦਾ ਜਥੇਦਾਰ ਹੈ, ਪੰਥ ਨੂੰ ਇਸ ਵੇਲੇ ਜਿਹੜੇ ਸੇਧ ਦੇ ਰਹੇ ਨੇ, ਉਸ ਜਥੇਦਾਰ ਨੂੰ ਕੀ ਕਹਿਣਾ ਚਾਹੀਦਾ? ਹੁਣ ਕੋਈ ਅਚਰਜ ਗੱਲ ਕੀਤੀ ਹੈ? ਜੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਬਈ ਅਸੀਂ ਲੁਕ ਛਿਪ ਕੇ ਨਹੀਂ, ਅਸੀਂ ਸਿੱਖਾਂ ਨੂੰ ਸ਼ਸਤਰਾਂ ਦੀ ਟ੍ਰੇਨਿੰਗ ਵੀ ਦਿਆਂਗੇ, ਹਥਿਆਰ ਚਲਾਉਣ ਵਾਲੀ। ਹੁਣ ਮੈਨੂੰ ਇਹ ਗੱਲ ਦੱਸੋ ਬਈ ਤੁਸੀਂ ਵੀ ਗਾਤਰੇ ਸ੍ਰੀ ਸਾਹਿਬ ਪਾਈ ਤੇ ਮੰਮੀ ਪਾਈ ਹੈ, ਤੇ ਇਹ ਕਿਰਪਾਨ ਸਿਰਫ ਦਰਸ਼ਨੀ ਹੈ, ਵਿਖਾਉਣ ਵਾਸਤੇ ਹੈ ਕਿ ਵਰਤਣ ਵਾਸਤੇ ਵੀ ਹੈ ਲੋੜ ਪੈਣ ਤੇ? ਜੀ। ਭਾਰਤ ਵਿੱਚ ਹਾਲਾਤ ਕਿਹੋ ਜਿਹਾ ਚੱਲ ਰਹੇ ਨੇ ਅਸੀਂ ਜਾਣਦੇ ਨਹੀਂ, ਦੇਖਦੇ ਨਹੀਂ ਆ ਜੀ। ਹੁਣ ਗੱਲ ਨਹੀਂ ਸਿਖਾਉਂਦੀ ਗੱਲ ਜੀ, ਤੇ ਨਾ ਸਿਖਾਵੇ। ਬਿਲਕੁਲ। ਪਰ ਭਾਈ ਸਾਹਿਬ ਗੁਰਦਾਸ ਜੀ ਨੇ ਆਖਿਆ ਦੇਖੋ ਕਿੱਕਰ ਆਸ ਪਾਸ ਜਿਉਂ ਬੱਗ ਹੈ, ਬੜੀ ਸੋਹਣੀ ਬਣੀ ਹੋਵੇ, ਲੱਗੇ ਹੋਏ ਹੋਣ, ਫਾਵੇ ਹੋਣ, ਯਾਰ ਉਹਦੀ ਹਾਂ ਕੱਖ ਨਾ ਹੋਵੇ ਤੇ ਫਿਰ ਕਿੱਕਰ ਉਗਾ ਦਿਓ, ਫਿਰ ਤੁਹਾਨੂੰ ਸਵਾਲ ਕਰਨਾ ਪਏਗਾ ਵੀ ਜੀ ਜੇ ਬਾਗ ਹੈ ਪਰ ਬੂਟੇ ਲੱਗੇ ਨੇ, ਸਾਰਾ ਕੁਝ ਹੈਗਾ ਹੈ, ਵੀ ਐਵੇਂ ਡੰਗਰ ਹੀ ਨਾ ਵੜੇ ਫਿਰਨ ਜੀ, ਐਵੇਂ ਰਾਹ ਲੰਘਦੇ ਲੋਕ ਹੀ ਆਪਣਾ ਰਾਹ ਨਾ ਬਣਾ ਲੈਣ ਜੀ, ਵੀ ਫਲ ਫੁੱਲ ਬੂਟੇ ਸਾਰੇ ਉਜਾੜ ਜਾਣ। ਹੈ ਤੇ ਉੱਥੇ ਕਿੱਕਰ ਨਹੀਂ ਲੱਗਣੇ ਚਾਹੀਦੇ। ਠੀਕ। ਸਤਿਗੁਰਾਂ ਨੇ ਕਿਰਪਾ ਕੀਤੀ, ਮਹਾਰਾਜ ਗੁਰੂ ਹਰਗੋਬਿੰਦ, ਇਹ ਸਾਰਾ ਕੁਝ ਕਰਨ ਦੀ ਜੀ ਸ਼ਸਤਰ। ਇਹ 6ਵੇਂ ਪਾਤਸ਼ਾਹ ਅੱਜ ਪ੍ਰਕਾਸ਼ ਪੁਰਬ 407 ਜ਼ਿਕਰ ਕਰ ਰਹੇ, ਇਹ ਉਹਨਾਂ ਨੇ ਕਿਰਪਾ ਕੀਤੀ ਜਿਸ ਵੇਲੇ ਅਕਾਲ ਤਖਤ ਦੀ ਸਿਰਜਣਾ ਕੀਤੀ ਔਰ ਅਕਾਲ ਤਖਤ ਤੇ ਸਜੇ ਬਿਰਾਜੇ। ਜੀ ਬਿਲਕੁਲ। ਥੋੜਾ ਜਿਹਾ ਆਪਾਂ ਅੱਗੇ ਚੱਲੀਏ। ਹਾਂ, ਇਸ ਤੋਂ ਬਾਅਦ ਪਿਆਰੇ ਦਰਸ਼ਕੋ, ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਦੇ ਵਿੱਚੋਂ ਕੁਝ ਵਿਚਾਰਾਂ ਜਿਹੜੀਆਂ ਨੇ, ਕਿਉਂਕਿ ਇਤਿਹਾਸ ਬਹੁਤ ਵੱਡਾ ਹੈ, ਉਹਨੂੰ ਥੋੜੇ ਜਿਹੇ ਸਮੇਂ ਦੇ ਵਿੱਚ ਕਹਿਣਾ ਬੜਾ ਮੁਸ਼ਕਲ ਹੈ। ਸਾਡੇ ਕੋਲ ਤਕਰੀਬਨ 3 ਮਿੰਟ ਦਾ ਸਮਾਂ ਬਾਕੀ ਰਹਿ ਗਿਆ, ਤਾਂ ਉਹਦੇ ਵਿੱਚ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਹਿਬ, ਕਿਉਂਕਿ ਇਤਿਹਾਸ ਇੰਨਾ ਕੁ ਵੱਡਾ ਇਤਿਹਾਸ ਹੈ ਕਿ ਆਪਾਂ ਸੁਣਦੇ ਸੁਣਦੇ ਥੱਕ ਜਾਵਾਂਗੇ, ਲੇਕਿਨ ਇਤਿਹਾਸ ਜਿਹੜਾ ਉਹ ਨਹੀਂ, ਕਦੇ ਵੀ ਨਹੀਂ ਖਤਮ ਹੁੰਦਾ। ਇਹ ਕੁਝ ਇੱਕ ਝਲਕ ਤੁਹਾਡੇ ਸਾਹਮਣੇ ਸੀ, ਕਿਉਂਕਿ ਅੱਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੋ ਮਨਾਇਆ ਜਾ ਰਿਹਾ ਹੈ।
ਅਖੀਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ, ਕਿਉਂਕਿ ਆਪਾਂ ਇਸ ਇਤਿਹਾਸ ਨੂੰ ਪੂਰਾ ਤੇ ਨਹੀਂ ਕਰ ਸਕਦੇ, ਤੁਸੀਂ ਸਾਡੇ ਪਿਆਰੇ ਦਰਸ਼ਕ ਜੋ ਗੋਬਿੰਦ ਸਾਹਿਬ ਜੀ ਦਾ ਜਿਹੜਾ ਕਿ ਹੁਣ ਚੱਲਿਆ ਆਉਂਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਆਂਸ਼ਿਕ ਤੌਰ ਤੇ ਵੈਸੇ ਹੀ ਆਪਾਂ ਗੱਲਬਾਤ ਕਰਦੇ, ਵਿਚਾਰ ਕਰਦੇ ਉੱਥੇ ਪਹੁੰਚ ਗਏ ਜੀ। ਹਰਿਮੰਦਰ ਸਾਹਿਬ ਵੀ ਉਹੀ ਹੈ ਜੀ। ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਜੀ। ਜੋ ਪੰਜਵੇਂ ਪਾਤਸ਼ਾਹ ਸਨ। ਜੀ ਜੀ ਜੀ। ਸਾਹਿਬ ਜੀ ਦੇ ਸਾਹਮਣੇ ਆਈ ਹੈ, ਬਿਲਕੁਲ। ਜਿਸ ਅਕਾਲ ਪਾਤਸ਼ਾਹ ਮਹਾਰਾਜ ਸਨ। ਬਿਲਕੁਲ ਬਿਲਕੁਲ। ਅਰਸ਼ ਨੇ ਜੀ ਸੁਨੇਹਾ ਦਿੱਤਾ, ਜੀ। ਅੱਜ ਵੀ ਉਹੀ ਹੈ ਜਿਹੜਾ ਉਸ ਲਈ ਜੀ। ਵੀ ਸਮੂਹ ਸਿੱਖਾਂ ਨੂੰ ਸ਼ਸਤਰ ਬੰਦ ਹੋ ਕੇ ਰਹਿਣ ਦੀ ਜ਼ਰੂਰਤ ਹੈ। ਜੀ। ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣ ਵਾਲੇ ਨਹੀਂ ਹਾਂ, ਨਾਲ ਹੀ ਨਾਲ ਅਸੀਂ ਸ਼ਸਤਰਧਾਰੀ ਸਿਪਾਹੀ ਵੀ ਹਾਂ। ਬਿਲਕੁਲ। ਪਹਿਲੇ ਸਾਡੇ ਨਾਮ ਨਾਲ ਸੇ ਲੱਗਦਾ ਜੀ। ਪਰ ਦਖਲ ਆਇਆ ਜੀ। ਤਾਂ ਹਾਂ। ਜਿਹੜੀ ਸੇਵਾ ਵਾਲੀ ਹੈ ਸੰਤ, ਜੀ। ਹਾਂਜੀ, ਸੰਤ ਸਿਪਾਹੀ, ਬਿਲਕੁਲ ਬਿਲਕੁਲ। ਉਹ ਜੋ ਸਮੂਹ ਦਾ ਅੰਗ ਹੈ, ਜੀ। ਇਹ ਸਮੁੱਚੇ ਰੂਪ ਵਿੱਚ ਨਿਮਰਾਂਗਾ ਸਾਰੇ ਸੁਣ ਕੇ ਅਸੀਂ ਆਪ ਵੀ ਆਪ ਵੀ ਸਾਰੇ ਬਾਣੀ ਪੜਨ ਵਾਲੇ, ਸੇਵਾ ਕਰਨ ਵਾਲੇ, ਪਰਉਪਕਾਰ ਕਰਨ ਵਾਲੇ, ਸਰਬੱਤ ਦਾ ਭਲਾ ਲੋਚਣ ਵਾਲੇ ਅਸੀਂ ਆਪ ਬਣੀਏ, ਪਰ ਨਾਲ ਹੀ ਨਾਲ ਅਸੀਂ ਆਪ ਤਿਆਰ ਬਰ ਤਿਆਰ ਵੀ ਰਹੀਏ, ਆਪ ਵੀ ਰਹੀਏ ਜੀ। ਔਰ ਆਪਣੇ ਬੱਚਿਆਂ ਨੂੰ ਵੀ ਇਸ ਮਾਰਗ ਤੇ ਤੋਰੀਏ। ਬਿਲਕੁਲ। ਸਹੀ ਲਫ਼ਜ਼ਾਂ ਵਿੱਚ ਤਾਂ ਹੀ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਮਨਾਇਆ ਸਾਡਾ ਸਫਲਾ ਹੋਵੇਗਾ ਜੀ। ਬਹੁਤ ਤੁਹਾਡਾ ਧੰਨਵਾਦ। ਇੱਕ ਛੋਟੀ ਜਿਹੀ ਬੇਨਤੀ ਆਪ ਜੀ ਦੇ ਪ੍ਰਤੀ ਕਰਾਂਗਾ, ਕਿਉਂਕਿ ਸਿੱਖ ਚੈਨਲ ਜਿਹੜਾ ਸਾਡਾ ਪਹਿਲਾ ਚੈਨਲ ਹੈ ਜੀ, ਸਭ ਤੋਂ ਪਹਿਲਾਂ ਇਹ ਦਿਨ 2009 ਦੇ ਵਿੱਚ ਸ਼ੁਰੂ ਹੋਇਆ ਸੀਗਾ। ਇਸ ਵੇਲੇ ਜੇ ਆਪਾਂ ਦੇਖੀਏ ਤੇ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਵਿੱਤੀ ਸਹਾਇਤਾ ਦੀਆਂ ਬਹੁਤ ਆ ਰਹੀਆਂ ਨੇ। ਇਹਦੇ ਬਾਰੇ ਇੱਕ ਛੋਟੀ ਜਿਹੀ ਬੇਨਤੀ ਸਾਡੇ ਸੰਗਤਾਂ ਨੂੰ ਡੈਬਟ ਰਾਹੀਂ ਜਾਂ ਕਿਸ ਤਰ੍ਹਾਂ ਸਾਡੇ ਪਿਆਰੇ ਦਰਸ਼ਕ ਜਿਹੜੇ ਉਹ ਸਿੱਖ ਚੈਨਲ ਦੀ ਮਦਦ ਕਰਨ, ਤਾਂ ਜੋ ਇਹ ਚੱਲਦਾ ਰਹੇ। ਇਨ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਕੀਤਾ ਸੀ ਨਾ ਉਹਨਾਂ ਨਾਲ ਵਿਚਾਰਾਂ ਤੇ ਮੈਨੂੰ ਵੀ ਇਹਨਾਂ ਨੇ ਯਾਦ ਕੀਤਾ, ਤੇ ਅਸੀਂ ਸਿੱਖ ਚੈਨਲ ਹੈ ਮਿਲ ਸਿੱਖਸ, ਇਹ ਸਿੱਖ ਚੈਨਲ ਜੀ। ਔਰ ਸਾਡਾ ਚੈਨਲ ਕੇਵਲ ਇੱਥੇ ਯੂਕੇ ਦੀ ਧਰਤੀ ਤੇ ਹੀ ਨਹੀਂ ਵੇਖਿਆ ਜਾਂਦਾ ਜੀ, ਆਲ ਓਵਰ ਦੀ ਵਰਲਡ ਵੇਖਿਆ ਜਾਂਦਾ ਹੈ। ਹੋਰ ਜ਼ਰੀਏ ਹੁਣ ਨਵੇਂ ਹੋਰ ਅੱਗੇ ਤੇ ਇਹ ਉਹ ਹੋਣਾ ਜੀ, ਐਵੇਂ ਰਹਿਣਾ ਜੀ, ਸਾਡੀ ਅਣਖ ਦਾ ਪ੍ਰਤੀਕ ਵੀ ਹੈ। ਬਿਲਕੁਲ। ਤੇ ਬੜੇ ਯਤਨ ਨਿਰੋਲ ਪ੍ਰਚਾਰ ਕਰਨ ਵਾਲਾ ਚਵੇ ਪਹਿਲਾ ਚੈਨਲ ਸੀ ਜੀ ਜੀ। ਮੈਨੂੰ ਤੁਹਾਡਾ ਜਿਹਾ ਹਰਿਆ ਹੋਇਆ ਜਿਹੜਾ ਤੁਸੀਂ ਕਹਿੰਦੇ ਮਾਇਕ ਤੌਰ ਤੇ ਮੁਸ਼ਕਲਾਂ ਵਿੱਚ ਤਰ੍ਹਾਂ, ਵੈਸੇ ਤਾਂ ਹੋਣਾ ਨਹੀਂ, ਪਰ ਮੈਨੂੰ ਹੁਣ ਪਤਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਹੋਰ ਸਮੂਹ ਦਾ ਸਾਰੇ ਸਰੋਤਿਆਂ ਨੂੰ ਕਰਤਾ ਸਹਿਤ ਬੇਨਤੀ ਕਰਾਂਗਾ, ਇਹ ਠੀਕ ਰਨ ਕਰਨ ਵਾਲੇ ਸਵਾਲ ਹੋਣੀ ਨੇ ਇਸ ਵਿੱਚ ਕੋਈ, ਪਰ ਇਸ ਚੈਨਲ ਸਾਡੇ ਸਾਰਿਆਂ ਸਿੱਖ ਯੂਕੇ ਵਿੱਚ ਵਸਦਿਆਂ ਹੋਇਆਂ ਦੀ ਅਣਖ ਦਾ ਸਵਾਲ ਹੈ, ਔਰ ਇਹ ਅਣਖ ਬਰਕਰਾਰ ਰਹਿਣੀ ਚਾਹੀਦੀ ਹੈ। ਉਤਰਾ ਚੜਾ ਗਲਤੀਆਂ ਤੇ ਗੁਣ ਸਾਰਾ ਕੁਝ ਨਾਲ ਰਲ ਕੇ ਚੱਲਦੇ ਹੁੰਦੇ ਨੇ, ਸਾਰਾ ਕੁਝ ਸਿੱਧਾ ਕਦੀ ਨਹੀਂ ਚੱਲਿਆ ਕਰਦਾ। ਉਹ ਕਹਿੰਦੇ ਨੇ ਬਜ਼ੁਰਗ ਵੀ ਪਹਾੜਾਂ ਤੋਂ ਗੰਗਾ ਲੈ ਕੇ ਤੇ ਸਿੱਧੀ ਨਹੀਂ ਜਾਂਦੀ ਜੀ, ਉਹ ਕਿਸੇ ਨੇ ਉਹਨੂੰ ਮੋੜ ਘੋੜ ਜਾਏ। ਬਿਲਕੁਲ ਹੈ, ਉਤਰਾ ਚੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਬਿਲਕੁਲ। ਸੋਵੀਅਤ 13 ਵਰ੍ਹੇ ਹੋ ਗਏ ਨੇ ਸਿੱਖ ਚੈਨਲ ਨੂੰ ਮਾਣ ਤੇ ਸ਼ਾਨ ਨਾਲ ਚੱਲਦਿਆਂ ਹੋਇਆਂ, ਇਸ ਨੂੰ ਹੁਣ ਵੀ ਕਾਇਮ ਰੱਖਿਆ ਜਾਵੇ। ਇਹ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ, ਡਾਇਰੈਕਟ ਡੈਬਿਟ ਜਾਂ ਹੋਰ ਕਿਸੇ ਢੰਗ ਦੇ ਨਾਲ, ਇਸ ਦਾ ਸਾਰੇ ਕੁਝ ਦਾ ਜ਼ਿਕਰ ਤਾਂ ਮਾਨਯੋਗ ਪ੍ਰੈਜ਼ੈਂਟਰ ਸਾਹਿਬ ਗਿਆਨੀ ਜੀ ਹੋਣੀ ਜਾਂ ਹੋਰ ਸੱਜਣ ਹੀ ਤੁਹਾਡੇ ਤੱਕ ਪਹੁੰਚਾ ਸਕਦੇ ਨੇ। ਤੁਸੀਂ ਆਪ ਰਾਬਤਾ ਕਾਇਮ ਕਰੋ, ਹਾਂਜੀ, ਸੰਪਰਕ ਕਰੋ ਅਤੇ ਸੰਪਰਕ ਕਰਕੇ ਇਸ ਚੈਨਲ ਨੂੰ ਜ਼ਰੂਰ ਕਾਇਮ ਰੱਖੋ, ਪੈਰਾਂ ਸਿਰ ਕਰੋ, ਕਿਉਂਕਿ ਇਹ ਬੀਤਿਆ ਸਮਾਂ ਜਿਹੜਾ ਆਇਆ ਹੈ, ਲੋਕਡਾਊਨ ਹੋਇਆ ਹੈ, ਸਰਕਾਰਾਂ ਹਿੱਲੀਆਂ ਪਈਆਂ ਨੇ, ਵੱਡੀਆਂ ਸਲਤਨਤਾਂ ਹਿੱਲੀਆਂ ਪਈਆਂ ਨੇ, ਕਾਰੋਬਾਰ ਵੱਡੇ ਬੰਦ ਹੋ ਚੁੱਕੇ ਸਨ, ਹਾਂਜੀ, ਜਿਹੜੇ ਹੁਣ ਕੀੜੀ ਦੀ ਚਾਲੇ ਚੱਲਦੇ। ਤੋਂ ਸਿੱਖ ਚੈਨਲ ਤੇ ਨਾਂ ਦੇ ਪ੍ਰਤੀ ਸਭਨਾਂ ਪ੍ਰਤੀ ਬੇਨਤੀ ਕਰਦਾ ਅਤੇ ਕਰਦਾ ਕਾਮਨਾ, ਆਪਣੀਆਂ ਸ਼ੁਭ ਭਾਵਨਾ ਹਮੇਸ਼ਾ ਨਾਲ ਨੇ। ਮੇਰਾ ਪਹਿਲੇ ਦਿਨ ਦਾ ਆਖਿਆ ਹੋਇਆ, ਜਿਵੇਂ ਮੈਂ ਆਖਿਆ ਹੈ ਬਲ ਹੋਰਾਂ ਨੂੰ ਮੈਂ ਵਚਨ ਕੀਤਾ ਹੋਇਆ ਹੈ ਵੀ ਮੈਂ ਲਗਾਤਾਰ ਤੁਹਾਨੂੰ ਟਾਈਮ ਨਹੀਂ ਦੇ ਸਕਦਾ, ਪਰ ਜਦੋਂ ਕਦੀ ਵੀ ਮੈਂ ਇੱਥੇ ਹੋਵਾਂਗਾ ਤੁਸੀਂ ਯਾਦ ਕਰੋਗੇ, ਮੈਂ ਬਿਨਾਂ ਕੁਛ ਇਵਜ਼ ਤੁਹਾਡੇ ਕੋਲੋਂ ਕੁਝ ਲਿਆ ਹੋਇਆ ਜੀ ਮੈਂ ਆਵਾਂਗਾ ਜੀ, ਤੇ ਮੇਰੀਆਂ ਉਹ ਸੇਵਾਵਾਂ ਹੁਣ ਵੀ ਹਾਜ਼ਰ ਨੇ, ਮੈਂ ਸਦਾ ਨਾਲ ਹਾਂ।
ਜੀ ਭਾਈ ਗੁਲਸ਼ਨ ਸਾਹਿਬ ਤੁਹਾਡਾ ਬਹੁਤ ਬਹੁਤ ਅੱਜ ਤੁਸੀਂ ਸਾਡੇ ਸਟੂਡੀਓ ਦੇ ਪਿਆਰੇ ਦਰਸ਼ਕਾਂ ਨੂੰ ਸ਼੍ਰੀ ਉਹਨਾਂ ਦਾ ਵਾਹ। ਇਹਨਾਂ ਨੇ ਬਹੁਤ ਬਹੁਤ ਧੰਨਵਾਦ ਜੀ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ ਸਾਹਿਬ ਕੀ ਕੀਤੀ ਹੈ ਸਿੱਖਲਾਂ ਦੇ ਵਿੱਚੋਂ ਨਿਕਲ ਰਿਹਾ। ਜ਼ਰੂਰ ਡਾਇਰੈਕਟ 5 ਪਾਉਂਡ 10 ਪਾਉਂਡ ਜ਼ਿਆਦਾ ਪੈਸੇ ਨਹੀਂ ਕਰ ਲਈਦੇ ਆ, ਇਸ ਸਹਾਇਤਾ ਕਰਕੇ ਅਣਖ ਦਾ ਸਵਾਲ ਚੈਨਲ ਹੈ ਇਸ ਲਈ ਇਸ ਨੂੰ ਤੁਸੀਂ ਡਾਇਰੈਕਟ ਸਹਾਇਤਾ ਕਰੋ। ਬੁਲਾਈਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ